ਪੰਜਾਬ ਦੀ ਜਵਾਨੀ, ਕਿਸਾਨੀ, ਕੁਦਰਤੀ ਸੋਮੇ, ਵਾਤਾਵਰਣ ਇਹਨਾਂ तमाम ਚੀਜ਼ਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਾਨੂੰ ਆਪ ਲੈਣੀ ਪਏਗੀ। ਇਹ ਤਾਂ ਅਸੀਂ ਸਭ ਜਾਣਦੇ ਹਾਂ ਕਿ ਸਾਡੇ ਦੇਸ਼ ਵਿੱਚ ਰਵਾਇਤੀ ਖੇਤੀ ਦਾ ਰੁਝਾਨ ਬਹੁਤ ਜ਼ਿਆਦਾ ਹੈ, ਪਰ ਰਵਾਇਤੀ ਖੇਤੀ ਨਾਲ ਕਿਸਾਨਾਂ ਨੂੰ ਆਪਣੀ ਕੀਤੀ ਮਿਹਨਤ ਮੁਤਾਬਕ ਮੁਨਾਫਾ ਨਹੀਂ ਮਿਲਦਾ। ਅਜਿਹੇ ਵਿੱਚ ਕਿਸਾਨ ਆਪਣੀ ਆਮਦਨ ਵਧਾਉਣ ਦੇ ਲਈ ਰਵਾਇਤੀ ਖੇਤੀ ਦੇ ਨਾਲ-ਨਾਲ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਨੂੰ ਤਰਜੀਹ ਦੇ ਰਹੇ ਨੇ, ਕਿਉਂਕਿ ਸਮੇਂ ਦੀ ਲੋੜ ਅਨੁਸਾਰ ਕਿਸਾਨ ਵੀ ਆਪਣੇ ਆਪ ਨੂੰ ਬਦਲ ਰਿਹਾ ਹੈ। ਬਰਨਾਲਾ ਦੇ ਪਿੰਡ ਕੱਟੂ ਦਾ ਇੱਕ ਨੌਜਵਾਨ ਕਿਸਾਨ ਰਵਾਇਤੀ ਖੇਤੀ ਦੀ ਥਾਂ ਹਲਦੀ ਦੀ ਖੇਤੀ ਕਰ ਰਿਹਾ ਹੈ। ਅਤਿੰਦਰਪਾਲ ਸਿੰਘ ਨੇ ਖੇਤੀਬਾੜੀ ਯੂਨੀਵਰਸਿਟੀ ਤੋਂ MSc ਫਸਲ ਵਿਗਿਆਨ ਦੀ ਡਿਗਰੀ ਹਾਸਲ ਕੀਤੀ ਹੈ। ਉਹ 2019 ਤੋਂ ਹਲਦੀ ਦੀ ਖੇਤੀ ਕਰ ਰਿਹਾ ਹੈ। ਹਲਦੀ ਬੀਜਣ ਤੋਂ ਲੈ ਕੇ ਵੇਚਣ ਦੀ ਪ੍ਰਕਿਰਿਆ ਕੀ ਹੈ, ਅਤਿੰਦਰਪਾਲ ਸਿੰਘ ਤੋਂ ਜਾਣ ਲੈਂਦੇ ਹਾਂ। ਮੈਨੂੰ ਮਤਲਬ ਓਵਰਵੈਲਮਿੰਗ ਰਿਸਪੌਂਸ ਰਿਹਾ ਜੀ। ਤਿਆਰ ਹੋਇਆ ਬੈਠਾ ਸੀਗਾ ਵੀ ਮੈਂ ਜੇ ਮੈਨੂੰ ਲੋੜ ਪਈ ਤਾਂ ਮੈਂ ਘਰ ਘਰ ਜਾ ਕੇ ਵੇਚੂੰਗਾ, ਮੈਂ ਪਿੰਡਾਂ 'ਚ ਗੱਡੀ ਲੈ ਕੇ ਫਿਰ ਕੇ ਵੀ ਵੇਚੂੰਗਾ ਜੇ ਮੈਨੂੰ ਲੋੜ ਪਊਗੀ ਤਾਂ। ਬਟ ਆਈ ਵਾਸ ਡਿਟਰਮਿੰਡ ਕਿ ਆਈ ਵਿਲ ਸੈਲ ਇਟ। ਮੇਰੇ ਪ੍ਰੋਡਕਟ ਦਾ ਕੋਈ ਸੈਂਪਲ ਲੈ ਜੇ, ਕੋਈ ਕਿਤੇ ਮਰਜ਼ੀ ਟੈਸਟ ਕਰਾ ਲੇ, ਜੇ ਕੋਈ ਇਹਦੇ 'ਚ ਮਿਲਾਵਟ ਲਾਈਕ ਕੋਈ ਕਹਿ ਦੇ ਵੀ ਮਿਲਾਵਟ ਆ, ਕੋਈ ਪ੍ਰੂਵ ਕਰ ਦੇ ਵੀ ਮਿਲਾਵਟ ਆ, ਮੈਂ ਖੇਤੀ ਛੱਡਣ ਨੂੰ ਤਿਆਰ ਹਾਂ। ਪੱਕਾ ਜੀ, ਮਿਲਾਵਟ ਤਾਂ ਨਹੀਂ ਹੈ, ਅਸੀਂ ਲੈ ਜਾਈਏ। ਮੈਂ ਤੁਹਾਨੂੰ ਲਾਈਕ ਫਾਰਮ ਦਿਖਾਉਣਾ, ਮੈਂ ਤੁਹਾਡੇ ਸਾਹਮਣੇ ਤੁਹਾਨੂੰ ਜੋ ਕਹੋਗੇ ਲਾਈਕ ਜਿਹੜੀਆਂ ਗੱਠੀਆਂ ਹੁੰਦੀਆਂ ਨੇ ਤੁਹਾਡੇ ਸਾਹਮਣੇ ਤੁਹਾਨੂੰ ਪੀਸ ਕੇ ਦਿੰਦਾ। ਮਾਰਕੀਟ ਦੇ ਫੈਕਟਰਸ ਨੂੰ ਦੇਖ ਕੇ ਤੇ ਆਪਦੀ ਲਾਗਤ ਨੂੰ ਦੇਖ ਕੇ, ਮੈਂ ਪੱਲਿਓਂ ਪੈਸੇ ਪਾ ਕੇ ਨਹੀਂ ਦੇ ਰਿਹਾ ਕਿਸੇ ਨੂੰ ਪ੍ਰੋਡਕਟ। ਮੈਂ ਟਰਮੈਰਿਕ ਨੂੰ ਲਾਈਕ ਪੈਸਟੀਸਾਈਡ, ਐਕਟਿਵ ਪੈਸਟੀਸਾਈਡ ਯੂਜ਼ ਮੇਰਾ ਬਿਲਕੁਲ ਨਹੀਂ ਹੈਗਾ ਜੀ ਟਰਮੈਰਿਕ ਤੇ, ਬਟ ਮੈਂ ਇਹਨੂੰ ਆਰਗੈਨਿਕ ਤਾਂ ਨਹੀਂ ਕਲੇਮ ਕਰਦਾ ਕਿਉਂਕਿ ਮੈਂ ਇਹਦੀ ਰੋਟੇਸ਼ਨ ਕਰਦਾ। ਲਾਈਕ ਜਿਵੇਂ 2019 'ਚ ਮੈਂ ਫਸਲ ਲਾਈ ਸੀਗੀ ਅਤੇ 2020 'ਚ ਇਹਦੀ ਸੇਲ ਮਈ ਦੇ ਵਿੱਚ ਸ਼ੁਰੂ ਕੀਤੀ। ਇਹਨੂੰ ਮਤਲਬ ਮੇਰੀ ਉਮੀਦ ਤੋਂ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆ। ਠੀਕ ਹੈ, ਮਤਲਬ ਪਾਣੀ ਮੁੱਕ ਰਿਹਾ, ਪਰ ਪਾਣੀ ਮੁੱਕੂਗਾ ਹੋ ਸਕਦਾ 10 ਸਾਲ 20 ਸਾਲ 50 ਸਾਲਾਂ ਨੂੰ ਮੁੱਕੇ, ਬਟ ਜੇ ਅੱਜ ਮਤਲਬ ਸਾਡੇ ਲੋਕ MSP ਤੋਂ ਜਾਂ ਝੋਨੇ ਤੋਂ ਹਟਦੇ ਨੇ ਤਾਂ ਉਹ ਅੱਜ ਹੀ ਮਰਦੇ ਨੇ। ਗੌਰਮੈਂਟ ਆ ਉਹਦਾ ਆਪਦੀ ਜ਼ਿੰਮੇਵਾਰੀ ਤੋਂ ਭੱਜਣੀ ਸ਼ੁਰੂ ਹੋ ਗਈ ਆ। ਇਹ ਵੈਲਫੇਅਰ ਸਟੇਟ ਦੀ ਜਗ੍ਹਾ ਤੇ ਕਾਰਪੋਰੇਟਾਂ ਦੀ ਜਿਹੜੀ ਸਰਕਾਰ ਆ ਉਹ ਬਣਦੀ ਜਾ ਰਹੀ ਆ। ਹਲਦੀ ਦਾ ਇਹ ਖੇਤ ਹੈ। ਅਤਿੰਦਰਪਾਲ ਸਿੰਘ ਜੋ ਕਿ ਆਪ MSc ਕਰਕੇ ਇਹਨਾਂ ਨੇ ਹਲਦੀ ਦੀ ਖੇਤੀ ਕੀਤੀ ਹੈ। ਗੱਲਬਾਤ ਅੱਜ ਅਤਿੰਦਰਪਾਲ ਸਿੰਘ ਦੇ ਨਾਲ ਕਰਾਂਗੇ, ਕਿਉਂ ਰਵਾਇਤੀ ਖੇਤੀ ਨੂੰ ਤਵੱਜੋ ਨਾ ਦੇ ਕੇ ਅੱਜ ਹਲਦੀ ਦੀ ਖੇਤੀ ਕਰ ਰਹੇ ਨੇ, ਮੁਨਾਫਾ ਵੀ ਕਮਾ ਰਹੇ ਨੇ ਤੇ ਹੋਰ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ ਡੇਲੀ ਪੋਸਟ ਪੰਜਾਬ। ਥੈਂਕ ਯੂ ਜੀ। ਅਤਿੰਦਰਪਾਲ ਜੀ, ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਇਸ ਵੇਲੇ ਕੀ ਹਾਲਾਤ ਚੱਲ ਰਹੇ ਨੇ। ਅਸੀਂ ਰਵਾਇਤੀ ਖੇਤੀ ਨਹੀਂ ਛੱਡ ਰਹੇ, ਹਾਲਾਂਕਿ ਹੱਕ ਵੀ ਨਹੀਂ ਮਿਲ ਰਿਹਾ, ਪਰ ਤੁਸੀਂ ਇਹ ਹਲਦੀ ਦੀ ਖੇਤੀ ਕਿਉਂ ਚੁਣੀ ਹੈ? ਮੈਂ ਜੀ ਹਲਦੀ ਦੀ ਖੇਤੀ ਇਹ ਚੁਣੀ ਹੈ ਜੀ। ਦੇਖੋ, ਮੈਂ ਮਾਰਕੀਟ ਦੇ ਵਿੱਚ ਦੇਖਿਆ ਵੀ ਆਪਣੇ ਕੋਲੇ ਸਾਊਥ ਤੋਂ ਪ੍ਰੋਡਕਟ ਆਉਂਦਾ ਸਾਰਾ, ਸਾਡੀ ਲੋੜ ਆ ਤਿੰਨੇ ਟਾਈਮ ਸਾਡੇ ਕੁਜ਼ੀਨ ਦਾ ਹਿੱਸਾ, ਬਟ ਅਸੀਂ ਇੱਥੇ ਲਾਈਕ ਜੇ ਉਹਦੀ ਪ੍ਰੋਡਕਸ਼ਨ ਕਰੀਏ ਤਾਂ ਦੇਖੋ ਪਹਿਲੀ ਗੱਲ ਤਾਂ ਫਰਾਈਟ ਦਾ ਫਰਕ ਪੈ ਗਿਆ, ਦੂਜੀ ਗੱਲ ਪ੍ਰੋਡਕਟ ਦੀ ਫਰੈਸ਼ਨੈਸ ਦਾ, ਕੁਆਲਿਟੀ ਦਾ ਫਰਕ ਪੈ ਗਿਆ ਅਤੇ ਮਾਰਕੀਟ ਦੇ ਵਿੱਚ ਅਡਲਟਰੇਸ਼ਨ ਆ। ਤਾਂ ਕਰਕੇ ਅਸੀਂ ਸੋਚਿਆ ਵੀ ਥੋੜ੍ਹੀ ਡਿਵਰਸੀਫਿਕੇਸ਼ਨ ਕੀਤੀ ਜਾਵੇ। ਦੇਖੋ ਅਸੀਂ ਪੁਸ਼ ਕਰ ਰਹੀ ਹੈ ਗੌਰਮੈਂਟ ਕਿ ਡਿਵਰਸੀਫਾਈ ਕਰੋ। ਸੋ ਕਿਉਂਕਿ MSP ਮਿਲਦੀ ਨਹੀਂ ਅਤੇ ਰੇਟ ਕਿਸੇ ਚੀਜ਼ ਦਾ ਹੈ ਨਹੀਂ ਗਾ ਅਤੇ ਮਾਰਕੀਟ ਦੀ ਵੋਲਟਿਲਿਟੀ ਆ, ਉਹਦੇ ਕਰਕੇ ਕੋਈ ਵੀ ਫਾਰਮਰ ਆ ਜਿਹੜਾ ਉਹ ਇੱਦਾਂ ਦਾ ਲਾਈਕ ਡਿਵਰਸੀਫਿਕੇਸ਼ਨ ਵੱਲ ਨਹੀਂ ਜਾ ਰਿਹਾ। ਬਟ ਅਸੀਂ ਇਹ ਐਵਨਿਊ ਦੇਖਿਆ ਕਿ ਕਿਉਂਕਿ ਜਿਹੜੀ ਟਰਮੈਰਿਕ ਆ ਬੇਸਿਕਲੀ ਇੱਧਰ ਆਉਣ ਦਾ, ਬੇਸਿਕਲੀ ਟਰਮੈਰਿਕ ਵੱਲ ਆਉਣ ਦਾ ਕਾਰਨ ਇਹ ਬਣਿਆ, ਮੇਰਾ ਇੱਕ ਦੋਸਤ ਗੁਰਸਿਮਰਨ ਯੂਨੀਵਰਸਿਟੀ ਪ੍ਰੋਸੈਸਿੰਗ ਐਂਡ ਫੂਡ ਇੰਜੀਨੀਅਰਿੰਗ ਦੀ ਡਾਕਟਰੇਟ ਕਰ ਰਿਹਾ ਸੀਗਾ ਅਤੇ ਮੈਂ ਉਹਦੀ ਰਿਸਰਚ 'ਚ ਹੈਲਪ ਕਰ ਰਿਹਾ ਸੀਗਾ ਅਤੇ ਉਹ ਟਰਮੈਰਿਕ ਦੇ ਲਾਈਕ ਬੋਇਲਿੰਗ ਯੂਨਿਟ ਨੂੰ ਡਿਵੈਲਪ ਕਰਨ ਦੀ ਉਹ ਸੀਗੀ ਸਾਰੀ ਉਹਨਾਂ ਦੀ ਰਿਸਰਚ। ਅਤੇ ਉਦੋਂ ਅਸੀਂ ਇਹ ਸਾਰੇ ਨੂੰ ਦੇਖਿਆ ਅਤੇ ਸਾਡੇ ਹੋਰ ਕੋਈ ਜਿਹੜੇ ਲਾਈਕ ਫਾਰਮਰ ਹਲਦੀ ਦਾ ਕੰਮ ਕਰਦੇ ਆ ਉਹਨਾਂ ਨੂੰ ਮਿਲੇ ਅਤੇ ਸਾਨੂੰ ਇਹ ਲੱਗਿਆ ਵੀ ਇਹਦਾ ਪੋਟੈਂਸ਼ੀਅਲ ਹੈ ਅਤੇ ਸਾਡੇ ਏਰੀਏ 'ਚ ਬੇਸਿਕਲੀ ਕੋਈ ਖੇਤੀ ਹਲਦੀ ਦੀ ਕਰ ਵੀ ਨਹੀਂ ਸੀ ਰਿਹਾ। ਤਾਂ ਕਰਕੇ ਮਤਲਬ ਇਹ ਸਾਨੂੰ ਲੱਗਿਆ ਵੀ ਇਹ ਕਰਿਆ ਜਾ ਸਕਦਾ। ਬਟ ਮੈਂ ਇਹ ਨਹੀਂ ਕਹੂੰਗਾ ਮੈਂ ਸਿਰਫ ਹਲਦੀ ਦੀ ਖੇਤੀ ਕਰ ਰਿਹਾ, ਮੈਂ ਕਨਵੈਨਸ਼ਨਲ ਖੇਤੀ ਕਰ ਰਿਹਾ ਕਿਉਂਕਿ ਦੇਖੋ ਫਾਰਮਰ ਨੂੰ ਰੇਟ ਚਾਹੀਦਾ ਚੀਜ਼ ਦਾ। ਜੇ ਉਹਨੇ ਚੀਜ਼ ਵੇਚਣੀ ਆ, ਉਹ ਇੰਨਾ ਸਮਰੱਥ ਨਹੀਂ ਹੈਗਾ ਵੀ ਉਹ ਜਿਹੜੇ ਮਾਰਕੀਟ ਦੇ ਅਪ ਔਰ ਡਾਊਨ ਆ ਉਹਨਾਂ ਨੂੰ ਮਤਲਬ ਉਹ ਚੱਲ ਸਕੇ, ਨਹੀਂ ਉਹ ਚੱਲ ਸਕਦਾ। ਇਸ ਕਰਕੇ ਕਨਵੈਨਸ਼ਨਲ ਖੇਤੀ ਦੇ ਸਿਰ 'ਤੇ ਸਾਡਾ ਸਿਸਟਮ ਖੜਾ, ਜਿਹੜਾ ਇੰਨਾ ਵਿਰੋਧ ਵੀ ਹੋ ਰਿਹਾ ਉਹ ਵੀ ਇਸ ਗੱਲ ਦੇ ਖਦਸ਼ੇ 'ਚ ਹੀ ਹੋ ਰਿਹਾ ਕਿ ਜੇ ਠੀਕ ਹੈ ਮਤਲਬ ਪਾਣੀ ਮੁੱਕ ਰਿਹਾ, ਪਰ ਪਾਣੀ ਮੁੱਕੂਗਾ ਹੋ ਸਕਦਾ 10 ਸਾਲ 20 ਸਾਲ 50 ਸਾਲਾਂ ਨੂੰ ਮੁੱਕੇ, ਬਟ ਜੇ ਅੱਜ ਮਤਲਬ ਸਾਡੇ ਲੋਕ MSP ਤੋਂ ਜਾਂ ਝੋਨੇ ਤੋਂ ਹਟਦੇ ਨੇ ਤਾਂ ਉਹ ਅੱਜ ਹੀ ਮਰਦੇ ਨੇ। ਮਤਲਬ ਕੱਲ੍ਹ ਜਦੋਂ ਮਰਨਗੇ, ਮਤਲਬ ਦੇਖੋ ਅਸੀਂ ਨੋ ਡਾਊਟ ਮਤਲਬ ਸਾਨੂੰ ਬਦਲਣ ਦੀ ਲੋੜ ਹੈਗੀ ਆ, ਬਦਲਣ ਦੀ ਲੋੜ ਹੈ, ਇਸ ਗੱਲ ਤੋਂ ਨਹੀਂ ਮੈਂ ਮੁੱਕਰਦਾ। ਬਟ ਦੇਖੋ ਜਿਹੜੀ ਹਾਲਾਤ ਆ, ਜਿੱਦਾਂ ਦੇ ਹਾਲਾਤ ਆ ਗਏ ਉਹਦੇ ਚੱਲਦਿਆਂ ਕਿਸਾਨਾਂ ਲਈ ਬਹੁਤ ਮੁਸ਼ਕਿਲ ਆ ਵੀ ਉਹ ਬਦਲਣ
ਤੇ ਅਸੀਂ ਮਤਲਬ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਡਾਇਵਰਸੀਫਿਕੇਸ਼ਨ ਦੀ, ਤਾਂ ਕਿ ਚਲੋ ਕੁਛ ਤਾਂ ਯੋਗਦਾਨ ਆ ਜਿਹੜਾ ਇਹ ਸਾਰੇ ਦੇ ਵਿੱਚ ਪਾਇਆ ਜਾਵੇ। ਤੇ ਇਹਦੇ ਨਾਲ ਸਾਡੀ ਇਨਕਮ ਦੇ ਵਿੱਚ ਵੀ ਵਾਧਾ ਹੋਇਆ ਹੈਗਾ। ਜਿਹੜੀ ਕਿ ਰਵਾਇਤੀ ਖੇਤੀ ਆ ਉਹਦੇ ਨਾਲੋਂ ਇਹਦਾ ਜਿਹੜਾ ਮੁਨਾਫਾ ਗਾ ਉਹ 1.5 ਗੁਣਾ 2 ਗੁਣਾ ਵੱਧਦਾ ਗਾ। ਤੇ ਪਰ ਇਹਦੀ ਜਿਹੜੀ ਦਿੱਕਤ ਆ, ਜਿਹੜੀ ਕਿ ਮਤਲਬ ਰਿਟੇਲ ਖੁਦ ਤੁਹਾਨੂੰ ਕਰਨੀ ਪੈਂਦੀ ਆ। ਤੇ ਅਲਟੀਮੇਟਲੀ ਜਿਹੜਾ ਸਮਾਂ ਆ ਰਿਹਾ ਉਹ ਇਹੀ ਆ ਰਿਹਾ ਕਿ ਫਾਰਮਰ ਨੂੰ ਆਪਦੀ ਰਿਟੇਲ ਆਪ ਕਰਨੀ ਪਿਆ ਕਰੂਗੀ, ਮਾਰਕੀਟਿੰਗ ਆਪ ਕਰਨੀ ਪਿਆ ਕਰੂਗੀ। ਅਦਰਵਾਈਜ਼ ਸਰਵਾਈਵਲ ਆ ਜਿਹੜਾ ਉਹ ਮੁਸ਼ਕਿਲ ਹੁੰਦਾ ਜਾਊਗਾ, ਕਿਉਂਕਿ ਜਿਵੇਂ ਕਿ ਅਸੀਂ ਹਾਲਾਤ ਬਣਦੇ ਜਾ ਰਹੇ ਆ, ਜੋ ਅਸੀਂ ਦੇਖ ਰਹੇ ਹਾਂ, ਜਿਹੜੀ ਗੌਰਮੈਂਟ ਆ ਉਹ ਤਾਂ ਆਪਦੀ ਜ਼ਿੰਮੇਵਾਰੀ ਤੋਂ ਭੱਜਣੀ ਸ਼ੁਰੂ ਹੋ ਗਈ ਆ। ਇਹ ਵੈਲਫੇਅਰ ਸਟੇਟ ਦੀ ਜਗ੍ਹਾ 'ਤੇ ਕਾਰਪੋਰੇਟਾਂ ਦੀ ਜਿਹੜੀ ਸਰਕਾਰ ਆ ਉਹ ਬਣਦੀ ਜਾ ਰਹੀ ਆ। ਇਹਨਾਂ ਦਾ ਜਦੋਂ ਇਹ ਆਏ ਨੇ ਤਾਂ ਇਹਨਾਂ ਦਾ ਦਾਅਵਾ ਸੀਗਾ ਕਿ ਮਿਨੀਮਮ ਗਵਰਨੈਂਸ ਦਾ, ਬਟ ਇਹ ਨਹੀਂ ਸੀ ਪਤਾ ਵੀ ਐਕਚੁਅਲ 'ਚ ਭੱਜਣ ਦੀ ਗੱਲ ਹੀ ਕਰ ਰਹੇ ਨੇ ਕਿ ਅਸੀਂ ਤਾਂ ਭੱਜੇ ਜਾਣਾ ਤੇ ਜੋ ਮਰਜ਼ੀ ਲੁੱਟ ਖਸੁੱਟ ਕਰੇ ਜਾਂ ਕੁਛ ਵੀ ਕਰੇ। ਤਾਂ ਇਸ ਗੱਲ ਦਾ ਨਹੀਂ ਸੀ ਪਤਾ ਵੀ ਇਹ ਮਿਨੀਮਮ ਗਵਰਨੈਂਸ ਦਾ ਐਕਚੁਅਲ ਮਤਲਬ ਇਹ ਆ ਕਿ ਅਸੀਂ ਤਾਂ ਚੱਲੇ ਹਾਂ, ਤੁਸੀਂ ਜੋ ਮਰਜ਼ੀ ਕਰੋ, ਅਸੀਂ ਸਿਰਫ ਟੈਕਸ ਲੈਣਾ ਤੇ 8-8 ਹਜ਼ਾਰ ਕਰੋੜ ਦੇ ਪਲੇਨ ਲੈਣੇ ਆ, ਉਸ ਤੋਂ ਬਾਅਦ ਜੋ ਤੁਸੀਂ ਮਰਜ਼ੀ ਕਰੋ। ਚਲੋ ਹਲਦੀ ਦੀ ਖੇਤੀ ਦੀ ਗੱਲ ਕਰਦੇ ਹਾਂ ਬਾਈ ਜੀ। ਕਦੋਂ ਸ਼ੁਰੂ ਕੀਤੀ ਸੀ ਇਹ, ਜਾਂ MSc ਕਦੋਂ ਖਤਮ ਕੀਤੀ ਸੀ, ਜਾਂ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਰਿਟੇਲ ਦਾ ਕੰਮ ਵੀ ਆਪ ਹੀ ਕਰਨਾ ਪੈਂਦਾ ਹੈ, ਇਹ ਔਖਾ ਹੈ ਥੋੜ੍ਹਾ? ਨਹੀਂ ਔਖਾ ਨਹੀਂ ਜੀ, ਮਤਲਬ ਤੁਹਾਨੂੰ ਬਹੁਤ ਡਿਟਰਮਿੰਡ ਹੋਣਾ ਪੈਂਦਾ। ਤੇ ਬਾਕੀ ਜਿਹੜਾ ਤੁਹਾਡਾ ਸਾਈਕਲ ਆ, ਜਿਵੇਂ ਪ੍ਰੋਡਕਟ ਆ ਆਪਣਾ, ਤਾਂ ਮੈਂ ਹਲਦੀ ਪੈਦਾ ਕਰ ਲਈ, ਉਹਨੂੰ ਤਿਆਰ ਕਰ ਲਿਆ, ਤਿਆਰ ਕਰਕੇ ਉਹ ਪਿਆ ਹੈ ਨਾ, ਉਹ ਹੌਲੀ ਹੌਲੀ ਉਹ ਮਾਰਕੀਟ 'ਚ ਉਤਰਦਾ ਗਾ। ਤਾਂ ਹਰ ਫਾਰਮਰ ਲਈ ਬੇਸਿਕਲੀ ਇਹ ਸਾਈਕਲ ਨੂੰ ਤੋੜਨਾ ਅੱਜ ਦੀ ਘੜੀ ਦੇ ਵਿੱਚ ਪੋਸੀਬਲ ਨਹੀਂ ਹੈਗਾ। ਕ੍ਰੈਡਿਟ ਅਵੇਲੇਬਿਲਿਟੀ ਦਾ ਆਪਾਂ ਹਾਲ ਦੇਖ ਹੀ ਰਹੇ ਹਾਂ। ਤੇ ਇਸ ਕਰਕੇ ਅਸੀਂ ਇਹ ਜਿਵੇਂ 2019 'ਚ ਮੈਂ ਫਸਲ ਲਾਈ ਸੀਗੀ ਤੇ 2020 'ਚ ਇਹਦੀ ਸੇਲ ਮਈ ਦੇ ਵਿੱਚ ਸ਼ੁਰੂ ਕੀਤੀ ਆ। ਮਤਲਬ ਮੇਰੀ ਉਮੀਦ ਤੋਂ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆ। ਉਸ ਤੋਂ ਪਹਿਲਾਂ ਜੀ ਮੈਂ 2015 'ਚ ਮਾਸਟਰਸ ਡਿਗਰੀ ਕਰਕੇ ਆਇਆ ਸੀਗਾ ਐਗਰੋਨਮੀ ਦੀ PAU ਤੋਂ। ਤੇ ਆ ਕੇ ਜੀ ਉਸ ਤੋਂ ਬਾਅਦ ਜਿਵੇਂ ਕਿ ਆਪਣਾ ਰਵਾਇਤੀ ਸਿਸਟਮ ਹੈਗਾ ਵੀ ਨੌਕਰੀ ਪੜ੍ਹ ਲਏ ਤੇ ਨੌਕਰੀ, ਤਾਂ ਮੈਂ ਬਾਹਰ ਚਲੇ ਗਏ। ਹਾਂ, ਜਾਂ ਬਾਹਰ ਚਲੇ ਗਏ ਜੀ। ਬਾਹਰ ਜਾਣ ਦਾ ਤਾਂ ਜੀ ਦੇਖੋ ਮਤਲਬ ਮੈਂ ਕਦੇ ਵੀ ਨਹੀਂ ਸੀ ਸੋਚਿਆ ਵੀ ਬਾਹਰ ਜਾਣਾ, ਕਿਉਂਕਿ ਮਤਲਬ ਆਪਦੀ ਧਰਤੀ ਵਰਗੀ ਮੌਜ ਸ਼ਾਇਦ ਕਿਤੇ ਨਹੀਂ ਹੈਗੀ। ਨੋ ਡਾਊਟ ਠੀਕ ਆ, ਮਜਬੂਰੀ ਆ, ਲੋਕਾਂ ਨੂੰ ਜਾਣਾ ਪੈ ਰਿਹਾ ਰੁਜ਼ਗਾਰ ਦੇ ਮੌਕਿਆਂ ਦੇ ਕਾਰਨ। ਸਾਡੇ ਇੱਥੇ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਬੱਤਰ ਰੋਜ਼ ਹੁੰਦੇ ਜਾ ਰਹੇ ਆ। ਮਤਲਬ ਠੀਕ ਆ ਬਾਹਰ, ਮਤਲਬ ਜਿੱਦਾਂ ਕਿਸੇ ਨੂੰ ਠੀਕ ਲੱਗਦਾ। ਤੇ ਉਸ ਤੋਂ ਬਾਅਦ ਮੈਂ 1 ਸਾਲ ਵਾਂਗੂ ਇੱਕ ਕਾਲਜ ਦੇ ਵਿੱਚ ਬਤੌਰ ਪ੍ਰੋਫੈਸਰ ਟੀਚਿੰਗ ਕੀਤੀ ਜੀ। ਜੋਬ ਕਰਦਿਆਂ ਵੀ ਮੈਨੂੰ ਮਤਲਬ ਇੱਦਾਂ ਲੱਗ ਰਿਹਾ ਸੀਗਾ ਕਿ ਸੰਤੁਸ਼ਟੀ ਨਹੀਂ ਹੋ ਰਹੀ। ਤੇ ਅਦਰਵਾਈਜ਼ ਬਾਕੀ ਜੇ ਆਪਾਂ ਗੱਲ ਕਰੀਏ ਦੂਰ ਅੰਦੇਸ਼ੀ, ਤਾਂ ਮੈਨੂੰ ਇਹ ਵੀ ਲੱਗ ਰਿਹਾ ਸੀਗਾ ਕਿ ਫਾਰਮਿੰਗ ਜਿਹੜਾ ਕਿ ਮੇਰਾ ਪਿਤਾ ਪੁਰਖੀ ਕੀਤਾ ਗਾ, ਜਿਹਨੂੰ ਮੈਂ ਨਾ ਸਾਂਭਿਆ ਤਾਂ ਅਲਟੀਮੇਟਲੀ ਇਹ ਛੱਡਣਾ ਪਊਗਾ। ਤਾਂ ਸਾਨੂੰ ਮਤਲਬ ਅਲਟੀਮੇਟਲੀ ਇਹਨਾਂ ਜ਼ਮੀਨਾਂ 'ਚੋਂ, ਇਸ ਪੰਜਾਬ 'ਚੋਂ ਆਊਸਟ ਕਰ ਦਿੱਤਾ ਜਾਊਗਾ ਜੇ ਅਸੀਂ ਆਪ ਕੋਈ ਹੰਬਲਾ ਨਾ ਮਾਰਿਆ ਤਾਂ ਉਹ ਸਾਰਾ ਕੁਝ ਵਿਚਾਰ ਕਰਕੇ ਮੈਂ ਖੇਤੀ ਵੱਲ ਆ ਗਿਆ। ਪਹਿਲਾਂ ਮੈਂ ਆ ਕੇ ਇੱਥੇ ਸਭ ਤੋਂ ਪਹਿਲਾਂ ਜਦੋਂ ਖੇਤੀ ਸ਼ੁਰੂ ਕੀਤੀ ਆ, ਤਾਂ ਪਹਿਲਾ ਜਿਹੜਾ ਕੰਮ ਮੈਂ ਕੀਤਾ ਉਹ ਇਹ ਕੀਤਾ ਵੀ ਅਸੀਂ ਜਿੰਨੇ ਵੀ ਕੋਈ ਪੈਸਟੀਸਾਈਡ ਯੂਜ਼ ਕਰਦੇ ਹਾਂ ਜਾਂ ਕੁਛ ਵੀ ਯੂਜ਼ ਕਰਦੇ ਹਾਂ, ਉਹਨਾਂ ਨੂੰ ਰਿਸਪੋਂਸੀਬਲ ਲੈਵਲ 'ਤੇ ਲੈ ਕੇ ਆਉਂਦਾ, ਜਿਹੜਾ ਰਿਕਮੈਂਡ ਕੀਤਾ ਜਾਂਦਾ ਜੀ। ਤੁਸੀਂ ਪੈਸਟੀਸਾਈਡ ਦੀ ਵਰਤੋਂ ਨਹੀਂ? ਨਹੀਂ, ਮੈਂ ਹਲਦੀ ਤੇ ਪੈਸਟੀਸਾਈਡ ਦੀ ਵਰਤੋਂ ਨਹੀਂ ਕਰ ਰਿਹਾ, ਬਟ ਮੈਂ ਕਨਵੈਨਸ਼ਨਲ ਖੇਤੀ 'ਚ ਜਿਹੜੀ ਕਿ ਮੈਂ ਕਣਕ ਤੇ ਜੀਰੀ ਦੀ ਖੇਤੀ ਕਰਦਾ ਜਾਂ ਗੰਨੇ ਦੀ ਖੇਤੀ ਕਰਦਾ, ਤਾਂ ਮੈਂ ਉਹਦੇ 'ਚ ਪੈਸਟੀਸਾਈਡ ਯੂਜ਼ ਕਰ ਰਹੇ ਹਾਂ, ਬਟ ਉਹਨੂੰ ਰਿਕਮੈਂਡਡ ਡੋਜ਼ 'ਤੇ ਯੂਜ਼ ਕਰ ਰਹੇ ਹਾਂ, ਜੋ ਕਿ ਸਾਡੇ ਜਿਵੇਂ ਸਾਇੰਟਿਸਟ ਆ ਉਹ ਰਿਕਮੈਂਡ ਕਰਦੇ ਆ। ਜਿਵੇਂ ਕੋਈ ਦਵਾਈ ਆ, ਜਿਵੇਂ ਸਪੋਜ਼ ਕਰੋ ਫੇਮ ਆ ਗਈ, ਫਲੂਨਾਡਾਮਾਈਡ, ਤਾਂ ਉਹ ਤੁਸੀਂ 20 ਗ੍ਰਾਮ ਯੂਜ਼ ਕਰਨੇ, ਤਾਂ ਅਸੀਂ 20 ml ਉਹਨੂੰ ਯੂਜ਼ ਕਰਦੇ ਹਾਂ। ਇਹ ਨਹੀਂ ਕਰਦੇ ਵੀ ਤੁਹਾਨੂੰ ਡੀਲਰ ਨੇ ਕਹਿਤਾ ਵੀ ਉਹਨੂੰ 100 ਪਾ ਦਿਓ, ਇੱਦਾਂ ਨਹੀਂ ਕਰਦੇ। ਇਸੇ ਨੂੰ ਮਤਲਬ ਇਸੇ ਸਾਰੇ ਖਿਆਲ ਨੂੰ ਹੀ ਮੈਂ ਆਪਦੇ ਫਾਰਮ ਦਾ ਜਿਹੜਾ ਨਾਮ ਰੱਖਿਆ ਤੇ ਉਹਦਾ ਜਿਹੜਾ ਮੈਂ ਟੈਗਲਾਈਨ ਬਣਾਈ ਆ, ਉਹਦੇ 'ਚ ਮੈਂ ਇਹਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਆ। ਮੈਂ ਟੈਗਲਾਈਨ ਰੱਖੀ ਹੈ ਕਿ ਰਿਸਪੋਂਸੀਬਲ ਫਾਰਮਿੰਗ ਇਨਫਾਈਨਾਈਟ ਪੋਸੀਬਿਲਿਟੀਜ਼। ਰਿਸਪੋਂਸੀਬਲ ਫਾਰਮਿੰਗ ਤੋਂ ਮੇਰਾ ਭਾਵ ਇਹ ਆ ਕਿ ਤੁਸੀਂ ਨੋ ਡਾਊਟ ਕਨਵੈਨਸ਼ਨਲ ਖੇਤੀ ਦੇਖੋ, ਅੱਜ ਫੂਡ ਸਿਕਿਉਰਿਟੀ ਦੇ ਮਾਮਲੇ 'ਤੇ, ਇਕਨੋਮਿਕਸ ਦੇ ਮਾਮਲੇ 'ਤੇ ਅਸੀਂ ਅੱਜ ਹੀ ਲੋਕਾਂ ਨੂੰ ਇਹ ਨਹੀਂ ਕਹਿ ਸਕਦੇ ਤੁਸੀਂ ਔਰਗੈਨਿਕ ਵੱਲ ਚਲੇ ਜਾਓ। ਜੇ ਸਾਰਾ ਪੰਜਾਬ 1 ਸਾਲ ਵੀ ਔਰਗੈਨਿਕ ਖੇਤੀ ਕਰ ਲੇ ਤਾਂ ਅੱਧਾ ਮੁਲਕ ਜਿਹੜਾ ਉਹ ਸਾਡਾ ਭੁੱਖਾ ਮਰ ਜਾਊਗਾ। ਤੇ ਸਾਨੂੰ ਜਿਵੇਂ ਹੁਣ ਬੰਦੇ ਨੂੰ ਬਿਮਾਰੀ ਹੈ ਜੀ, ਤਾਂ ਬੰਦਾ ਵੀ ਤਾਂ ਦਵਾਈ ਲੈਂਦਾ ਨਾ, ਉਸ ਦਵਾਈ ਦੇ ਵੀ ਤਾਂ ਸਾਈਡ ਇਫੈਕਟਸ ਹੁੰਦੇ ਆ ਨਾ, ਬਟ ਡਾਕਟਰ ਤੁਹਾਨੂੰ ਉਹਦੀ ਇੱਕ ਰਿਸਪੋਂਸੀਬਲ ਡੋਜ਼ ਦਿੰਦਾ ਗਾ, ਤਾਂ ਉਹ ਤੁਸੀਂ ਲੈ ਕੇ ਤੇ ਉਹਦੇ ਜੇ ਉਹਦੇ ਜਿਹੜੇ ਨੁਕਸਾਨ ਆ ਉਹ ਬੈਨੀਫਿਟਸ ਤੋਂ ਘੱਟ ਨੇ, ਤਾਂ ਤੁਸੀਂ ਉਹ ਦਵਾਈ ਲੈਂਦੇ ਹੋ। ਦੇਖੋ ਸਾਰੀ ਦੁਨੀਆ ਆਪਾਂ ਐਲੋਪੈਥੀ ਦਵਾਈਆਂ ਲੈਂਦੇ ਹੀ ਆ। ਤੇ ਉਹੀ ਗੱਲ ਪੈਸਟੀਸਾਈਡ ਦੀ ਆ। ਦੇਖੋ ਜਿੰਨਾ ਚਿਰ ਸਾਡੀ ਕਰੋਪ ਨੂੰ ਅਸੀਂ ਉਹਨੂੰ ਬਚਾਉਣਾ ਗਾ, ਜਿਵੇਂ ਸਪੋਜ਼ ਕਰ ਲਓ ਵੀ ਪਲਾਂਟ ਹੌਪਰ ਪੈਂਦਾ, ਤਾਂ ਮੈਂ ਡੇਲੀ ਦੇ ਫੀਲਡ ਦਾ ਸਰਵੇ ਕਰਕੇ ਮੈਂ ਦੇਖਦਾ ਵੀ ਉਹ ਕਦੋਂ ਇਕਨੋਮਿਕ ਥ੍ਰੈਸ਼ਹੋਲਡ ਲੈਵਲ 'ਤੇ ਜਾਂਦਾ। ਜਦੋਂ ਐਜ਼ ਪਰ ਰਿਕਮੈਂਡੇਸ਼ਨ ਉਹ ETL 'ਤੇ ਜਾਂਦਾ, ਤਾਂ ਹੀ ਅਸੀਂ ਪੈਸਟੀਸਾਈਡ ਫਿਰ ਵੀ ਉਹਨੂੰ ਵੀ ਰਿਕਮੈਂਡਡ ਡੋਜ਼ ਦੇ ਵਿੱਚ ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਮੈਂ ਦੇਖ ਰਹੀ ਹਾਂ ਕਿ ਇੱਥੇ ਪੱਤਿਆਂ ਨੂੰ ਕੀੜਾ ਲੱਗਾ ਹੋਇਆ, ਤਾਂ ਇਹ ਕੀ ਆਲਟਰਨੇਟਿਵ ਹੈ ਤੁਹਾਡੇ ਕੋਲ? ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਮੈਂ ਆਰਗੈਨਿਕ ਵੀ ਨਹੀਂ ਕਲੇਮ ਕਰਦਾ ਆਪਣੀ ਖੇਤੀ। ਹਾਂਜੀ, ਮੈਂ ਟਰਮੈਰਿਕ ਨੂੰ ਪੈਸਟੀਸਾਈਡ, ਐਕਟਿਵ ਪੈਸਟੀਸਾਈਡ ਯੂਜ਼ ਮੇਰਾ ਬਿਲਕੁਲ ਨਹੀਂ ਹੈਗਾ ਜੀ ਟਰਮੈਰਿਕ 'ਤੇ, ਬਟ ਮੈਂ ਇਹਨੂੰ ਆਰਗੈਨਿਕ ਤਾਂ ਨਹੀਂ ਕਲੇਮ ਕਰਦਾ ਕਿਉਂਕਿ ਮੈਂ ਇਹਦੀ ਰੋਟੇਸ਼ਨ ਕਰਦਾ। ਜਿਹੜਾ ਪੈਸਟ ਬਿਲਡਅਪ ਆ ਅਤੇ ਜਿਹੜੀ ਬਿਮਾਰੀ ਆ ਉਹਨੂੰ ਟੈਕਲ ਕਰਨ ਦੇ ਲਈ ਮੈਂ ਜਿਹੜਾ ਹੱਲ ਕੱਢਿਆ ਉਹ ਇਹ ਆ ਵੀ ਇਹਨੂੰ ਰੋਟੇਟ ਕਰਦੇ ਰਹੋ।
ਲਾਈਕ ਮੈਂ 2 ਸਾਲ ਇੱਕ ਫੀਲਡ ਦੇ ਵਿੱਚ ਹਲਦੀ ਉਗਾ ਕੇ 1 ਸਾਲ ਉਹਦੇ 'ਚ ਕਨਵੈਨਸ਼ਨਲ ਫਸਲ ਉਗਾਉਣਾ। ਉਹਦੇ ਕਰਕੇ ਹੀ ਮੈਂ ਮਤਲਬ ਇਹ ਨਹੀਂ ਕਿਸੇ ਨੂੰ ਕਹਿੰਦਾ ਵੀ ਇਹ ਮੇਰੀ ਔਰਗੈਨਿਕ ਆ। ਮੈਂ ਸਿਰਫ ਇੰਨਾ ਕਹਿੰਦਾ ਵੀ ਐਕਟਿਵ ਪੈਸਟੀਸਾਈਡ ਯੂਜ਼ ਮੇਰਾ ਬਿਲਕੁਲ ਨਹੀਂ ਹੈਗਾ, ਮੈਂ ਕੋਈ ਪੈਸਟੀਸਾਈਡ ਐਕਟਿਵਲੀ ਨਹੀਂ ਯੂਜ਼ ਕਰ ਰਿਹਾ। ਅਤੇ ਬਟ ਇਹਨੂੰ ਔਰਗੈਨਿਕ ਕਲੇਮ ਕਰਨ ਲਈ ਤਾਂ 3 ਸਾਲ ਦਾ ਉਹਦਾ ਕਨਵਰਜਨ ਪੀਰੀਅਡ ਹੁੰਦਾ, ਅਤੇ ਫਿਰ ਉਹਦੀਆਂ ਲਾਈਕ ਕੁਛ ਹੈਗੀਆਂ ਜਿਹੜੀਆਂ ਸ਼ਰਤਾਂ ਤੁਸੀਂ ਮੰਨਣੀਆਂ ਹੁੰਦੀਆਂ। ਉਹਦੇ ਲਈ ਮੈਂ ਮਤਲਬ ਫਿਊਚਰ ਦੇ ਵਿੱਚ ਕੋਸ਼ਿਸ਼ ਕਰ ਰਿਹਾ ਗਾ ਕਿ ਪੰਜਾਬ ਐਗਰੋ ਤੋਂ ਸਰਟੀਫਿਕੇਸ਼ਨ ਲੈ ਲਈ ਜਾਵੇ। ਅਤੇ ਬਟ ਉਹਦੇ ਲਈ ਹਜੇ ਮੈਂ ਡਿਸਾਈਡ ਕਰਨਾ ਵੀ ਮੈਂ ਹੋਰ ਕਿਹੜੀਆਂ ਕ੍ਰੋਪਸ ਨੂੰ ਮਾਰਕੀਟ ਕਰ ਸਕਦਾ ਜਿਨ੍ਹਾਂ ਨੂੰ ਕਿ ਮੈਂ ਔਰਗੈਨਿਕਲੀ ਗਰੋ ਕਰ ਸਕਾਂ, ਜਿਵੇਂ ਕਿ ਬਾਸਮਤੀ ਜਾਂ ਕੋਈ ਹੋਰ ਕ੍ਰੋਪਸ ਜਿਹੜੀਆਂ ਪਲਸਿਸ ਵਗੈਰਾ ਜਿਹੜੀਆਂ ਮੈਂ ਔਰਗੈਨਿਕਲੀ ਕਰ ਸਕਾਂ। ਅਤੇ ਉਹ ਸੈੱਟ ਕਰਕੇ ਲਾਈਕ ਮੇਰਾ ਫਿਊਚਰ ਗੋਲ ਇਹ ਹੈਗਾ ਗਾ ਕਿ ਇਹਨੂੰ ਬਿਲਕੁਲ ਸਰਟੀਫਾਈਡ ਔਰਗੈਨਿਕ ਵੱਲ ਲੈ ਕੇ ਜਾਣਾ। ਬਟ ਫਿਲਹਾਲ ਮੈਂ ਲਾਈਕ ਕੋਈ ਮਿਸਲੀਡਿੰਗ ਬਿਆਨ ਨਹੀਂ ਕਿਸੇ ਨੂੰ ਦਿੰਦਾ, ਅਤੇ ਨਾ ਹੀ ਲਾਈਕ ਜਿਹੜੇ ਮੇਰੇ ਕਸਟਮਰ ਆ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ, ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਔਰਗੈਨਿਕ ਆ। ਜਿਸ ਤਰ੍ਹਾਂ ਤੁਸੀਂ ਹਲਦੀ ਦੀ ਮਾਰਕੀਟਿੰਗ ਹੈ, ਲੋਕਾਂ ਨੂੰ ਅਵੇਅਰ ਕਰਨਾ ਵੀ ਬਹੁਤ ਜ਼ਰੂਰੀ ਹੈ, ਲੋਕਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਹਲਦੀ ਨੂੰ ਰੱਖਣਾ ਕਿਸ ਤਰ੍ਹਾਂ ਹੈ। ਲਿਫਾਫੇ 'ਚ ਪਾ ਕੇ ਦੇਣੇ ਹੋ, ਚਲੋ ਤੁਸੀਂ ਤਾਂ ਲਿਫਾਫੇ 'ਚ ਹੀ ਪਾ ਕੇ ਦੇਣੀ ਹੈ, ਏਅਰ ਟਾਈਟ ਡੱਬੀ ਹੋਣੀ ਚਾਹੀਦੀ ਹੈ ਸਟੀਲ ਦੇ ਵਿੱਚ। ਇਹ ਅਵੇਅਰਨੈਸ ਨਾਲ ਦੇ ਨਾਲ ਚੱਲ ਰਹੀ ਹੈ। ਹਾਂਜੀ, ਮੈਂ ਇਹ ਸਾਰਾ ਜੀ ਲਾਈਕ ਜਿਹੜੇ ਵੀ ਮੇਰੇ ਕੋਲ ਕਸਟਮਰ ਆਉਂਦੇ ਆ ਜੀ, ਮੈਂ ਉਹਨਾਂ ਨੂੰ ਇਹ ਸਮਝਾਉਂਦਾ ਜੀ ਲਾਈਕ ਕਿਉਂਕਿ ਜਿਹੜੀ ਟਰਮੈਰਿਕ ਇਹਦੇ 'ਚ ਕਰਕਿਊਮਨ ਇੱਕ ਐਕਟਿਵ ਕੰਪਾਊਂਡ ਹੁੰਦਾ, ਤਾਂ ਮੈਂ ਉਹਨਾਂ ਨੂੰ ਦੱਸਦਾ ਵੀ ਤੁਸੀਂ ਇਹਨੂੰ ਬੈਸਟ ਆ ਜੇ ਤੁਸੀਂ ਏਅਰ ਟਾਈਟ ਗਲਾਸ ਜਾਰ 'ਚ ਰੱਖੋ। ਉਸ ਤੋਂ ਬਾਅਦ ਨੈਕਸਟ ਬੈਸਟ ਆਪਸ਼ਨ ਆ ਤੁਹਾਡੇ ਕੋਲ, ਤੁਸੀਂ ਇਹਨੂੰ ਸਟੀਲ ਦੇ ਜਾਰ 'ਚ ਰੱਖੋ। ਬਟ ਤੁਸੀਂ ਲਾਈਕ ਪਲਾਸਟਿਕ ਸਾਨੂੰ ਨਾਟ ਜਸਟ ਕਿ ਟਰਮੈਰਿਕ ਸਟੋਰੇਜ ਲਈ ਪਲਾਸਟਿਕ ਸ਼ੁੱਡ ਬੀ ਅਵੋਇਡਡ ਐਟ ਆਲ ਕਾਸਟਸ। ਹਰ ਕਿਸੇ ਚੀਜ਼ 'ਚ ਸਾਨੂੰ ਪਲਾਸਟਿਕ ਆ ਜਿਹੜੀ ਉਹਨੂੰ ਜਿੰਨਾ ਮਿਨੀਮਮ ਯੂਜ਼ ਹੋ ਸਕੇ ਘਰ ਦੇ ਵਿੱਚ ਸਾਨੂੰ ਕਰਨਾ ਚਾਹੀਦਾ। ਚਲੋ ਦੇਖੋ ਪੈਕੇਜਿੰਗ ਤਾਂ ਸਾਡੀ ਇੱਕ ਮਜਬੂਰੀ ਆ, ਮਤਲਬ ਅਦਰਵਾਈਜ਼ ਸਾਡੇ ਕੋਲ ਕੋਈ ਆਲਟਰਨੇਟ ਹੈ ਨਹੀਂ ਗਾ। ਜੇ ਅਸੀਂ ਕਿਸੇ ਨੂੰ ਪ੍ਰੋਡਕਟ ਦੇਣਾ ਗਾ ਤਾਂ ਸਾਡੀ ਮਜਬੂਰੀ ਆ ਵੀ ਸਾਨੂੰ ਤਾਂ ਉਹ ਪੈਕ ਕਰਕੇ ਦੇਣਾ ਪੈਂਦਾ। ਬਟ ਉਹਦੇ ਲਈ ਮੈਂ ਇੱਕ ਨਿੱਕੀ ਜਿਹੀ ਕੋਸ਼ਿਸ਼ ਇਹ ਕੀਤੀ ਆ ਵੀ ਦੇਖੋ ਜਿਹੜੀ ਟਰਮੈਰਿਕ ਪੈਕੇਜ ਆ ਉਹ ਤਾਂ ਮੈਨੂੰ ਕਰਨੀ ਹੀ ਪੈਂਦੀ ਆ, ਬਟ ਜਿਹੜਾ ਉਹ ਤਾਂ ਪਲਾਸਟਿਕ ਦਾ ਲਿਫਾਫਾ, ਬਟ ਜਿਹੜੇ ਦੂਸਰੇ ਲਿਫਾਫੇ ਉਹ ਮੈਂ ਫਾਈਬਰ ਦੇ ਜਿਹੜੇ ਨੋਨ ਵੂਵਨ ਲਾਈਕ ਆਉਂਦੇ ਆ ਲਿਫਾਫੇ, ਮੈਂ ਉਹ ਯੂਜ਼ ਕਰ ਰਿਹਾ। ਮੈਂ ਪਲਾਸਟਿਕ ਦੇ ਲਿਫਾਫੇ 'ਚ ਕਿਸੇ ਨੂੰ ਪਾ ਕੇ ਹਲਦੀ ਨਹੀਂ ਦੇ ਰਿਹਾ। ਅਤੇ ਇਹ ਮੈਂ ਆਪਦੇ ਕਸਟਮਰਸ ਨੂੰ ਸਾਰਿਆਂ ਨੂੰ ਇਹੀ ਸਮਝਾਉਂਦਾ ਹੁੰਦਾ ਵੀ ਤੁਸੀਂ ਇਹਨੂੰ ਇੱਦਾਂ ਰੱਖੋ, ਪਲਾਸਟਿਕ ਨਾ ਯੂਜ਼ ਕਰੋ, ਅਤੇ ਕਿਵੇਂ ਕਿਵੇਂ ਇਹਦੀ ਸਟੋਰੇਜ ਕਰਨੀ ਹੈ, ਇਹਨੂੰ ਖਰਾਬ ਹੋਣ ਤੋਂ ਕਿਵੇਂ ਬਚਾਉਣਾ, ਤਾਂ ਉਹ ਅਸੀਂ ਨਾਲ ਦੀ ਨਾਲ ਲਾਈਕ ਦੱਸਦੇ ਹਾਂ। ਬਾਕੀ ਰੰਗ ਕਲਰ ਦਾ ਜਿਹੜਾ ਹੈਗਾ ਲੋਕਾਂ ਦੇ ਮਨ 'ਚ ਇਹ ਹੁੰਦਾ ਕਿ ਇਹ ਪੰਜਾਬ 'ਚ ਵੈਸੇ ਵੀ ਜਿਨ੍ਹਾਂ ਨੇ ਹੁਣ ਤੱਕ ਹਲਦੀ ਦੀ ਖੇਤੀ ਕੀਤੀ ਉਹ ਕਹਿੰਦੇ ਕਿ ਅਸੀਂ ਖੇਤੀ ਹੁਣ ਤਾਂ ਨਹੀਂ ਕਰਦੇ ਕਿਉਂਕਿ ਜਿਹੜਾ ਪੰਜਾਬ ਦੀ ਜਿਹੜੀ ਪ੍ਰੋਡਕਸ਼ਨ ਹੈ ਹਲਦੀ ਦੀ ਉਹ ਰੰਗ ਗੂੜਾ ਹੁੰਦਾ ਕਾਫੀ, ਅਤੇ ਜਿਹੜੀ ਲੋਕਾਂ ਦਾ ਮਾਈਂਡ ਸੈਟ ਹੈ, ਲੋਕਾਂ ਨੂੰ ਇਹ ਲੱਗਦਾ ਕਿ ਸਭ ਤੋਂ ਲਾਈਟ ਕਲਰ ਦੀ ਜਿਹੜੀ ਹਲਦੀ ਹੁੰਦੀ ਹੈ ਉਹ ਸਹੀ ਹੈ। ਜਿਹੜਾ ਜੀ ਕਲਰ ਆ, ਕਲਰ ਲਈ ਰਿਸਪੋਂਸੀਬਲ ਕੰਪਾਊਂਡ ਕਰਕਿਊਮਨ ਹੀ ਆ ਹਲਦੀ ਦਾ। ਦੇਖੋ ਪੰਜਾਬ ਦੇ ਵਿੱਚ ਸਾਊਥ ਦੀਆਂ ਵੈਰਾਈਟੀਆਂ ਦੇ ਮੁਕਾਬਲੇ ਕਰਕਿਊਮਨ ਦੀ ਪ੍ਰੋਡਕਸ਼ਨ ਘੱਟ ਹੁੰਦੀ ਹੈ, ਬਟ ਉਹਨੂੰ ਜਿਹੜਾ ਆਇਲ ਆ, ਐਸੈਂਸ਼ੀਅਲ ਆਇਲ ਆ, ਓਲਰੇਜ਼ਨ ਆ, ਉਹਦੀ ਕੁਆਂਟੀਟੀ ਹੈ ਜਿਹੜੀ ਪੰਜਾਬ ਦੀ ਪ੍ਰੋਡਕਟ ਦੇ ਵਿੱਚ ਜ਼ਿਆਦਾ ਆ। ਪਰ ਸਭ ਤੋਂ ਵੱਡੀ ਗੱਲ ਇਹ ਆ, ਦੇਖੋ ਜਿਹੜੀ ਸਾਊਥ ਦੀ ਪ੍ਰੋਡਕਟ ਆਉਂਦੀ ਆ ਸਾਡੇ ਕੋਲੇ ਪਹੁੰਚਦੇ ਉਹਨੂੰ ਬਹੁਤ ਟਾਈਮ ਲੱਗ ਜਾਂਦਾ, ਪੁਰਾਣੀ ਪ੍ਰੋਡਕਟ ਆਉਂਦੀ ਆ। ਜਿਹੜੀ ਪੰਜਾਬ ਦੀ ਪ੍ਰੋਡਕਟ ਆ ਲਾਈਕ ਜਿਹੜੀ ਤੁਹਾਨੂੰ ਫਰੈਸ਼ ਮਿਲਣੀ ਆ, ਤਾਂ ਉਹਦੀ ਰੀਸ ਨਹੀਂ ਹੈਗੀ ਮਾਰਕੀਟ ਦੇ ਵਿੱਚ। ਤੁਸੀਂ ਇੱਕ ਬਾਕੀ ਚਲੋ ਅਡਲਟਰੇਸ਼ਨ ਇੱਕ ਅਲੱਗ ਇਸ਼ੂ ਆ ਕਿ ਕੋਈ ਅਡਲਟਰੇਟ ਕਰਦਾ ਜਾਂ ਨਹੀਂ ਕਰਦਾ, ਤਾਂ ਜਿਹੜਾ ਲਾਈਕ ਜਿਹੜੀ ਪੰਜਾਬ ਦੀ ਜਿਹੜੀ ਹਲਦੀ ਦੀ ਮੈਂ ਗੱਲ ਕਰਾਂ ਤਾਂ ਪੰਜਾਬ ਦੀ ਹਲਦੀ ਕਿਸੇ ਗੱਲੋਂ ਕੁਆਲਿਟੀ 'ਚ ਕੋਈ ਮਾਰ ਨਹੀਂ ਖਾਂਦੀ। ਸਾਡੇ ਕੋਲੇ ਜਿਹੜੀ ਵੈਰਾਈਟੀ ਲੱਗੀ ਹੈ ਤਕਰੀਬਨ 4.5% ਕਰਕਿਊਮਨ ਲਾਈਕ ਦਿੰਦੀ ਆ, ਅਤੇ ਜੋ ਕਿ ਅਸੀਂ PAU ਲੈਬ 'ਚ ਮਤਲਬ ਟੈਸਟ ਵੀ ਕੀਤਾ। ਜਦੋਂ ਮੇਰਾ ਦੋਸਤ ਰਿਸਰਚ ਕਰ ਰਿਹਾ ਸੀਗਾ ਤਾਂ ਅਸੀਂ ਇਹ ਪ੍ਰੋਡਕਟ ਨੂੰ ਟੈਸਟ ਕੀਤਾ, ਤਾਂ ਇਹ ਤਕਰੀਬਨ 4.5% ਤੱਕ ਕਰਕਿਊਮਨ ਦੇ ਰਹੀ ਆ। ਜੇ ਮੈਂ ਗੱਲ ਕਰਾਂ ਜ਼ਿਆਦਾ ਕਰਕਿਊਮਨ ਦੀ ਵੀ, ਪੰਜਾਬ ਜ਼ਿਆਦਾ ਕਰਕਿਊਮਨ ਕਿਉਂ ਨਹੀਂ ਦੇ ਪਾ ਰਿਹਾ? ਕਿਉਂਕਿ ਪੰਜਾਬ ਦੀ ਜਿਹੜੀ ਸੋਇਲ ਆ, ਦੇਖੋ ਸਾਡਾ ਏਰੀਆ ਮਤਲਬ ਲਾਈਕ ਜਿਹੜੇ ਮੈਂ ਆਪਦੇ ਡਿਸਟ੍ਰਿਕਟ ਦੀ ਗੱਲ ਕਰਾਂ ਜਾਂ ਸੰਗਰੂਰ ਡਿਸਟ੍ਰਿਕਟ ਦੀ ਗੱਲ ਕਰਾਂ ਤਾਂ ਅਸੀਂ ਸੈਮੀ ਏਰਿਡ ਜ਼ੋਨ ਆ ਸਾਡੀ, ਅਤੇ ਸਾਡੇ ਇੱਥੇ ਔਰਗੈਨਿਕ ਕਾਰਬਨ ਨੂੰ ਮੇਨਟੇਨ ਕਰਨਾ ਪੋਸੀਬਲ ਨਹੀਂ ਹੈਗਾ ਜੇ ਮੈਂ ਗੱਲ ਕਰਾਂ ਨਾਰਥ ਈਸਟ ਦੇ ਮੁਕਾਬਲੇ ਜਾਂ ਹੋਰ। ਅਤੇ ਇਸੇ ਕਰਕੇ ਔਰਗੈਨਿਕ ਕਾਰਬਨ ਘੱਟ ਹੋਣ ਕਰਕੇ ਕਰਕਿਊਮਨ ਦੀ ਪ੍ਰੋਡਕਸ਼ਨ ਘੱਟਦੀ ਆ। ਬਟ ਡਾਇਰਨਲ ਵੇਰੀਏਸ਼ਨ ਜਿਹੜੀ ਦਿਨ ਅਤੇ ਰਾਤ ਦੇ ਟੈਂਪਰੇਚਰ ਦੀ ਵੇਰੀਏਸ਼ਨ ਆ ਉਹ ਹੋਣ ਕਰਕੇ ਪੰਜਾਬ 'ਚ ਇਹਦਾ ਆਇਲ ਵੱਧਦਾ, ਅਤੇ ਤੁਸੀਂ ਲਾਈਕ ਲਿਫਾਫੇ ਨੂੰ ਖੋਲ੍ਹਦੇ ਹੋ ਤਾਂ ਤੁਹਾਨੂੰ ਖੁਸ਼ਬੂ ਆਉਂਦੀ ਆ ਜਿਹੜੀ ਕਿ ਤੁਹਾਨੂੰ ਮਾਰਕੀਟ ਦੀ ਪ੍ਰੋਡਕਟ 'ਚ ਬਿਲਕੁਲ ਨਹੀਂ ਆਉਂਦੀ। ਤਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਚੀਜ਼ ਓਰੀਜਨਲ ਆ, ਫਰੈਸ਼ ਆ। ਅਤੇ ਕੀਮਤ ਦੀ ਜੇਕਰ ਮੈਂ ਗੱਲ ਕਰਾਂ, ਮੈਨੂੰ ਲੱਗਦਾ ਕਿ 170 ਕਿ 180 ਰੁਪਏ ਤੋਂ ਲੈ ਕੇ 350 ਰੁਪਏ ਤੱਕ ਹਲਦੀ ਮਿਲਦੀ ਹੈ। ਲੋਕਾਂ ਦਾ ਜਿਵੇਂ ਮਾਈਂਡਸੈਟ ਦੀ ਮੈਂ ਗੱਲ ਕੀਤੀ ਸੀ ਪਹਿਲਾਂ ਵੀ, ਲੋਕਾਂ ਨੂੰ ਇੱਦਾਂ ਲੱਗਦਾ ਕਿ ਜਿਹੜੀ ਸਭ ਤੋਂ ਵੱਧ ਕੀਮਤ ਦੀ ਹਲਦੀ ਜਿੱਥੇ ਮਿਲ ਰਹੀ ਹੈ ਉਹ ਸਭ ਤੋਂ ਵੱਧ ਫਾਇਦੇਮੰਦ। ਦੇਖੋ ਜੀ ਕੀਮਤ ਤਾਂ ਪਰਸੈਪਸ਼ਨ 'ਤੇ ਖੜੀ ਆ, ਜਾਣੀ ਕਿ ਲੋਕਾਂ ਦਾ ਜਿਹੜਾ ਮਤਲਬ ਠੀਕ ਆ, ਲੋਕ ਵੀ ਆਪਦੀ ਜਗ੍ਹਾ 'ਤੇ ਸਹੀ ਨੇ। ਜੇ ਕੋਈ ਦੇਖੋ ਕੁਆਲਿਟੀ ਨਾਲ ਚੀਜ਼ ਵਿਕਦੀ ਆ, ਜੇ ਕੋਈ ਹਾਇਰ ਰੇਟ 'ਤੇ ਵੇਚ ਰਿਹਾ ਤਾਂ ਇਹਦਾ ਮਤਲਬ ਅਗਲੇ ਦੀ ਕੁਆਲਿਟੀ ਹੋਊਗੀ ਤਾਂ ਵਿਕ ਰਹੀ ਆ, ਠੀਕ ਆ। ਮਤਲਬ ਸਾਡੀ ਇੱਦਾਂ ਦੀ ਪਰਸੈਪਸ਼ਨ ਹੈਗੀ ਆ, ਦੇਖੋ ਮਾਰਕੀਟ ਦੀ ਪਰਸੈਪਸ਼ਨ ਇੱਦਾਂ ਦੀ ਹੈਗੀ ਆ, ਬਟ ਅਸੀਂ ਇਸ ਪਰਸੈਪਸ਼ਨ ਨੂੰ ਚੇਂਜ ਕਰ ਰਹੇ ਹਾਂ। ਹਾਲਾਂਕਿ ਮੈਨੂੰ ਬਹੁਤ ਲੋਕ ਇਹ ਕਹਿੰਦੇ ਆ ਤੁਸੀਂ ਸਸਤੀ ਹਲਦੀ ਵੇਚ ਰਹੇ ਹੋ, ਤੁਹਾਨੂੰ ਰੇਟ ਵਧਾਉਣਾ ਚਾਹੀਦਾ, ਪਰ ਅਸੀਂ ਮਤਲਬ ਉਹਦਾ ਪ੍ਰਾਈਸ ਡਿਟਰਮਿਨ ਕੀਤਾ, ਅਸੀਂ ਤਾਂ ਸਟੈਟਿਸਟਿਕਲੀ ਡਿਟਰਮਿਨ ਕੀਤਾ। ਅਸੀਂ ਜਿਹੜਾ ਯੂਨਿਟ ਵੀ ਲਾਇਆ ਇਹ ਵੀ ਰਿਸਪੌਂਸ ਸਰਫੇਸ ਮੈਥੋਡੋਲੋਜੀ ਦੇ ਨਾਲ ਐਕਸਪੈਰੀਮੈਂਟ ਕਰਕੇ, ਅਤੇ ਇਹਦੇ ਜਿਹੜੇ ਪ੍ਰੋਸੈਸ ਪੈਰਾਮੀਟਰਸ ਨੇ ਕਿ ਕਿੰਨੀ ਸਟੀਮ ਕਿੰਨੇ ਟਾਈਮ ਲਈ ਕਿੰਨੇ ਟੈਂਪਰੇਚਰ 'ਤੇ ਰਹੂਗੀ, ਉਹ ਸਾਰਾ ਅਸੀਂ ਤਾਂ ਆਪਟੀਮਾਈਜੇਸ਼ਨ ਕੀਤੀ ਆ। ਸੋ ਆਈ ਬਲੀਵ ਇਨ ਡਾਟਾ, ਆਈ ਬਲੀਵ ਇਨ ਮੈਥ। ਸੋ ਅਸੀਂ ਤਾਂ ਮੈਥ ਕਰਕੇ ਰੇਟ ਰੱਖਿਆ। ਕਿੰਨੇ ਤੁਸੀਂ ਕੀ ਕੀਮਤ 'ਚ ਦੇ ਰਹੇ ਹੋ? ਮੈਂ 200 ਰੁਪਏ ਕਿਲੋ 'ਤੇ ਦੇ ਰਿਹਾ ਜੀ। ਤੁਹਾਨੂੰ ਇਹ ਵੱਧ ਲੱਗਦੀ ਹੈ ਕੀਮਤ ਜਾਂ ਘੱਟ ਲੱਗਦੀ ਹੈ? ਨਹੀਂ, ਮੈਂ ਤਾਂ ਇਹ ਕਹੂੰਗਾ ਜੀ, ਦੇਖੋ ਮੈਂ ਮਾਰਕੀਟ ਦੇ ਫੈਕਟਰਸ ਨੂੰ ਦੇਖ ਕੇ
ਤੇ ਆਪਦੀ ਲਾਗਤ ਨੂੰ ਦੇਖ ਕੇ ਮੈਂ ਪੱਲਿਓਂ ਪੈਸੇ ਪਾ ਕੇ ਨਹੀਂ ਦੇ ਰਿਹਾ ਕਿਸੇ ਨੂੰ ਪ੍ਰੋਡਕਟ, ਤੇ ਮੈਂ ਕਿਸੇ ਨੂੰ ਲੁੱਟ ਵੀ ਨਹੀਂ ਰਿਹਾ ਕਿ ਮੈਂ ਕੁਆਲਿਟੀ ਦੇ ਰਿਹਾ। ਅਗਲੇ ਨੂੰ ਇੱਕ ਵਾਰੀ ਕਨਵਿੰਸ ਕਰ ਲਿਆ ਤੇ ਅਗਲਾ ਕਨਵਿੰਸ ਹੋ ਗਿਆ ਠੀਕ ਹੈ ਕੁਆਲਿਟੀ ਆ, ਤਾਂ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਮੈਂ ਅਗਲੇ ਨੂੰ ਕਹਾਂ ਨਹੀਂ ਮੈਂ ਤਾਂ 500 ਨੂੰ ਦੇਊਂਗਾ ਜਾਂ 400 ਨੂੰ ਦੇਊਂਗਾ। ਮੈਂ ਉਹ ਵੀ ਨਹੀਂ ਕਰ ਰਿਹਾ, ਕਿਉਂਕਿ ਸਾਨੂੰ ਫਿਰ ਉਹੀ ਗੱਲ ਆ ਜਾਂਦੀ ਆ, ਰਿਸਪੋਂਸੀਬਲ ਫਾਰਮਿੰਗ ਨਾਟ ਅਬਾਊਟ ਜਸਟ ਫਾਰਮਿੰਗ, ਇਟਸ ਅਬਾਊਟ ਐਵਰੀਥਿੰਗ। ਯੂ ਸ਼ੁੱਡ ਬੀ ਰਿਸਪੋਂਸੀਬਲ। ਤੁਹਾਨੂੰ ਹਰ ਇੱਕ ਮਤਲਬ ਆਪਦੇ ਐਵੀਨਿਊ ਜਿਹੜਾ ਵੀ ਤੁਸੀਂ ਕਰਦੇ ਹੋ, ਮੈਂ ਮੰਨਦਾ ਵੀ ਤੁਹਾਨੂੰ ਰਿਸਪੋਂਸੀਬਲ ਹੋਣਾ ਚਾਹੀਦਾ। ਜੇ ਅਸੀਂ ਪੰਜਾਬ ਪ੍ਰਤੀ ਰਿਸਪੋਂਸੀਬਲ ਹੋਵਾਂਗੇ ਤਾਂ ਹੀ ਇਹ ਪੰਜਾਬ ਬਚੂਗਾ, ਤਾਂ ਹੀ ਇਹ ਜ਼ਮੀਨਾਂ ਬਚਣਗੀਆਂ, ਤਾਂ ਹੀ ਇਹ ਖੇਤੀ ਬਚੂਗੀ, ਜਿਹੜਾ ਕਿ ਸਾਡਾ ਪਿਤਾ ਪੁਰਖੀ ਧੰਦਾ ਤੇ ਜਿਹਨੂੰ ਕਿ ਤੁਸੀਂ ਦੇਖ ਰਹੇ ਹੋ ਹੁਣ ਕਾਰਪੋਰੇਟ ਹਥਿਆਉਣਾ ਚਾਹੁੰਦੇ ਆ। ਤੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਮੂੰਹ ਤੋੜ ਜਵਾਬ ਆ ਉਹ ਸਾਨੂੰ ਜ਼ਿੰਮੇਵਾਰ ਬਣ ਕੇ ਦੇਣਾ ਪਊਗਾ। ਸੋ ਇਸੇ ਕਰਕੇ ਮਤਲਬ ਮੈਂ ਕਹਿ ਸਕਦਾ ਵੀ ਇੱਕ ਜਿਹੜਾ ਛੋਟਾ ਜਿਹਾ ਸਟੈਪ ਅਸੀਂ ਲੈ ਰਹੇ ਹਾਂ ਇਹ ਇੱਕ ਜ਼ਿੰਮੇਵਾਰ ਸਟੈਪ ਆ, ਅਤੇ ਮੈਂ ਆਪਦੇ ਹੋਰ ਵੀ ਕਿਸਾਨ ਭਰਾਵਾਂ ਨੂੰ ਇਹੀ ਰਾਏ ਦਿੰਦਾ ਹੁੰਦਾ ਵੀ ਆਪਾਂ ਜ਼ਿੰਮੇਵਾਰ ਖੇਤੀ ਵੱਲ ਆਈਏ, ਆਪਾਂ ਨਜਾਇਜ਼ ਜ਼ਹਿਰਾਂ ਦੀ ਵਰਤੋਂ ਨਾ ਕਰੀਏ। ਕਿਉਂਕਿ ਅੱਜ ਛੋਟਾ ਬੱਚਾ ਤੋਂ ਲੈ ਕੇ ਬੁੱਢੇ ਤੱਕ ਹਰ ਵਿਅਕਤੀ ਰੋਟੀ ਦੀ ਪਲੇਟ ਦੇ ਨਾਲ ਦਵਾਈਆਂ ਦਾ ਡੱਬਾ ਰੱਖ ਰਿਹਾ ਹੈ, ਤੇ ਉਹ ਕਿਤੇ ਨਾ ਕਿਤੇ, ਹਾਲਾਂਕਿ ਅਸੀਂ ঋਣੀ ਵੀ ਹਾਂ ਜ਼ਿਮੀਂਦਾਰ ਦੇ, ਪਰ ਕਿਤੇ ਨਾ ਕਿਤੇ ਜ਼ਿੰਮੇਵਾਰ ਵੀ ਜ਼ਿਮੀਂਦਾਰ ਨੂੰ ਹੀ ਠਹਿਰਾਉਂਦਾ। ਇਹਦੇ ਲਈ ਜੀ ਜ਼ਿਮੀਂਦਾਰ ਦੀ ਜਗ੍ਹਾ 'ਤੇ ਜਿਹੜੇ ਪਾਲਿਸੀ ਮੇਕਰ ਆ ਉਹ ਜ਼ਿੰਮੇਦਾਰ ਆ। ਦੇਖੋ ਅਸੀਂ ਹਮੇਸ਼ਾ ਹੀ ਵੈਸਟ ਦੀ ਕਾਪੀ ਕੀਤੀ ਆ। ਸਾਡੇ ਪਾਲਿਸੀ ਮੇਕਰਸ ਵੈਸਟ ਤੋਂ ਇੰਨਾ ਪ੍ਰਭਾਵਿਤ ਰਹੇ ਨੇ, ਉਹਨਾਂ ਨੇ ਸਾਡੇ ਜਿਹੜੇ ਇੱਥੋਂ ਦੇ ਲੋਕਲ ਹਾਲਾਤ ਨੇ ਉਹਨਾਂ ਨੂੰ ਇਗਨੋਰ ਕਰਕੇ ਤੇ ਵੈਸਟ ਦੀ ਕਾਪੀ ਕੀਤੀ ਆ। ਹੁਣ ਵੀ ਦੇਖੋ ਵੈਸਟ ਦਾ ਫੇਲ ਹੋ ਚੁੱਕਿਆ ਜਿਹੜਾ ਮਾਡਲ ਆ ਫ੍ਰੀ ਮਾਰਕੀਟ ਦਾ, ਉਹ ਸਾਡੇ 'ਤੇ ਅੱਜ ਥੋਪਣ ਦੀ ਕੋਸ਼ਿਸ਼ ਜਿਹੜੀ ਆ ਉਹ ਜਾਰੀ ਆ। ਅਮਰੀਕਾ, ਯੂਰਪ, ਇੰਗਲੈਂਡ ਦੇ ਬਿਲਕੁਲ ਕਿਤੇ ਵੀ ਦੇਖੋ ਜੀ, ਜਿਹੜਾ ਪ੍ਰੋਡਿਊਸਰ ਹੈਗਾ, ਜਿਹੜੇ ਪ੍ਰੋਡਿਊਸਰ ਦੇ ਹਿੱਤ ਨੇਗੇ ਉਹ ਹਮੇਸ਼ਾ ਹੀ ਆਮ ਲੋਕਾਂ ਦੇ ਉਲਟ ਨੇ। ਆਮ ਲੋਕਾਂ ਦੇ ਉਲਟ ਕਿਉਂ ਨੇ? ਦੇਖੋ ਹਰ ਇੱਕ ਬੰਦੇ ਨੇ ਰੋਟੀ ਖਾਣੀ ਆ। ਜੇ ਫਾਰਮਰ ਦੀ ਕਣਕ ਬਹੁਤ ਜ਼ਿਆਦਾ ਮਹਿੰਗੀ ਹੋ ਜਾਊਗੀ ਤਾਂ ਹਰ ਇੱਕ ਬੰਦਾ ਰੋਟੀ ਖਾਣ ਤੋਂ, ਸਬਜ਼ੀ ਖਾਣ ਤੋਂ ਹੋਣ ਲੱਗ ਜਾਊਗਾ। ਤਾਂ ਕਰਕੇ ਸਾਨੂੰ ਇੱਕ ਬੈਲੈਂਸ ਦੀ ਲੋੜ ਆ, ਅਤੇ ਉਹ ਬੈਲੈਂਸ ਹਮੇਸ਼ਾ ਸਟੇਟ ਲੈ ਕੇ ਆਉਂਦੀ ਆ। ਸਟੇਟ ਨੂੰ ਹਮੇਸ਼ਾ ਫਾਰਮਰ ਨੂੰ ਸਬਸਿਡਾਈਜ਼ ਕਰਨਾ ਪੈਂਦਾ, ਹਮੇਸ਼ਾ। ਦੇਖੋ ਹਰ ਇੱਕ ਕੰਟਰੀ ਦੇ ਵਿੱਚ ਜਿੱਥੇ ਵੀ ਫਾਰਮਰ ਆ ਉਹਦੀ ਪਲਾਈਟ ਮਾੜੀ ਹੋਈ ਪਈ ਆ, ਉਹਨੂੰ ਹਰ ਕਿਤੇ ਦੇਖੋ ਜੇ ਮੈਂ US ਦੀ ਗੱਲ ਕਰਾਂ ਤਾਂ US ਬਹੁਤ ਜ਼ਿਆਦਾ ਸਬਸਿਡੀਜ਼ ਦੇ ਰਿਹਾ, ਅਤੇ ਜਦੋਂ ਕਿ ਜਿਹੜੀ ਵਾਟਰ ਵੀ ਮੇਰੇ ਖਿਆਲ $100 ਬਿਲੀਅਨ ਸਬਸਿਡੀ, ਹਾਂਜੀ ਬਹੁਤ ਜ਼ਿਆਦਾ ਸਬਸਿਡੀ ਦਿੱਤੀ ਜਾ ਰਹੀ ਹੈ। ਬਟ ਜੇ ਮੈਂ ਆਪਣੀ ਗੌਰਮੈਂਟ ਦੀ ਗੱਲ ਕਰਾਂ ਤਾਂ ਇਹਨਾਂ ਨੇ ਤਾਂ ਉਹ ਰਾਹ ਫੜ ਲਿਆ ਕਿ ਅਸੀਂ ਨਿਕਲ ਜਾਣਾ ਵਿੱਚੋਂ, ਅਤੇ ਲੁੱਟ ਖਸੁੱਟ ਦੀ ਖੁੱਲ੍ਹੀ ਜਿਹੜੀ ਹੈਗੀ ਆ ਉਹ ਖੁੱਲ੍ਹ ਦੇ ਦੇਣੀ ਆ, ਅਤੇ ਕੋਈ ਕੁਛ ਮਰਜ਼ੀ ਕਰੇ, ਕੋਈ ਸਟੋਰੇਜ ਕਰੇ, ਕੋਈ ਕਿਸੇ ਨੂੰ ਮਰਜ਼ੀ ਵੇਚੇ। ਦੇਖੋ ਇਹ ਸਾਰੇ ਜੋ ਵੀ ਇਹ ਚੱਲ ਰਿਹਾ ਗਾ, ਜਿਹੜੇ ਇਹ ਬਿੱਲ ਨੇ, ਦੇਖੋ ਜਿਹੜਾ ਕੰਟਰੈਕਟ ਫਾਰਮਿੰਗ ਦਾ ਬਿੱਲ ਲੈ ਕੇ ਆਏ ਨੇ ਤਾਂ ਉਹਦੇ 'ਚ ਇਹ ਲਿਖ ਕੇ ਪਾਤਾ ਤੁਸੀਂ ਕੋਰਟ ਨਹੀਂ ਜਾ ਸਕਦੇ। ਇਹ ਮਤਲਬ ਕਿਹੜੇ ਪਾਸਿਓਂ ਫਾਰਮਰ ਦਾ ਫਾਇਦਾ ਕਰਨ ਵਾਲੀ ਗੱਲ ਆ? ਲਾਈਕ ਕੱਲ੍ਹ ਨੂੰ ਡਿਸਪਿਊਟ ਆ, ਕਹਿੰਦੇ ਨੇ ਤੁਸੀਂ SDM ਕੋਲੇ ਜਾਂ DC ਕੋਲੇ ਜਾਓ, ਤਾਂ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਇੱਕ ਫਾਰਮਰ ਆ, ਜਿਹੜਾ ਆਮ ਫਾਰਮਰ ਆ, ਕੀ ਉਹਦੀ ਪਹੁੰਚ ਹੁੰਦੀ ਹੈ DC ਤੱਕ, ਜਾਂ ਕੀ ਉਹਦੀ SDM ਤੱਕ ਪਹੁੰਚ ਹੁੰਦੀ ਆ? ਅਤੇ ਤੁਸੀਂ ਕੋਰਟ ਵੀ ਕਹਿਤਾ ਕਿ ਉਹ ਕੋਰਟੋਂ ਜਾਊਗਾ ਨਹੀਂ। ਦੇਖੋ ਕੰਟਰੈਕਟ ਫਾਰਮਿੰਗ ਨਾਲ ਸੰਬੰਧਿਤ ਬਿੱਲ ਨੋ ਡਾਊਟ ਸਮੇਂ ਦੀ ਲੋੜ ਨੇ, ਕੰਟਰੈਕਟ ਫਾਰਮਿੰਗ ਦੀ ਵੀ ਲੋੜ ਆ, ਬਟ ਕਿਤੇ ਨਾ ਕਿਤੇ ਸੇਫਟੀ ਨੈੱਟ ਤਾਂ ਚਾਹੀਦਾ ਨਾ। ਫਾਰਮਰ ਨੂੰ ਜਿਹੜਾ ਕਿ ਐਕਸਪਲੋਇਟ ਕੀਤਾ ਜਾ ਸਕਦਾ, ਉਹਦੀ ਐਕਸਪਲੋਇਟੇਸ਼ਨ ਰੋਕਣ ਲਈ ਅਸੀਂ ਕੀ ਕਰ ਰਹੇ ਹਾਂ? ਲੋਕ ਅੱਜ ਕੱਲ੍ਹ ਆਰਗੈਨਿਕ ਫਾਰਮਿੰਗ ਨੂੰ ਜ਼ਿਆਦਾ ਕਹਿੰਦੇ ਕਿ ਤਵੱਜੋ ਦੇਣੀ ਚਾਹੀਦੀ ਹੈ, ਆਰਗੈਨਿਕ ਫਾਰਮਿੰਗ ਵੱਲ ਜ਼ਿਆਦਾ, ਜਾਂ ਜਿਹੜੇ ਪ੍ਰੋਡਕਟਸ ਨੇ ਉਹ ਵੀ ਅਸੀਂ ਆਪਣੇ ਘਰਾਂ ਦੇ ਵਿੱਚ, ਚਾਹੇ ਫਰੂਟਸ ਨੇ, ਵੈਜੀਟੇਬਲਸ ਨੇ, ਕਣਕ ਹੈ, ਆਟਾ, ਜੋ ਵੀ ਅਸੀਂ ਆਰਗੈਨਿਕ ਵੱਲ ਨੂੰ ਜਾ ਰਹੇ ਹਾਂ। ਤੁਸੀਂ ਕਹਿ ਰਹੇ ਹੋ ਕਿ ਮੈਂ ਕਲੇਮ ਨਹੀਂ ਕਰ ਰਿਹਾ ਕਿ ਇਹ ਆਰਗੈਨਿਕ ਹੈ, ਤਾਂ ਤੁਹਾਨੂੰ ਲੱਗਦਾ ਕਿ ਲੋਕ ਕਨਵਿੰਸ ਹੋ ਜਾਣਗੇ ਇਸ ਚੀਜ਼? ਦੇਖੋ ਜੀ, ਮੇਰਾ ਕੰਮ ਆ ਸੱਚ ਬੋਲਣ ਦਾ, ਮੈਂ ਤਾਂ ਸੱਚ ਬੋਲ ਰਿਹਾ, ਅਤੇ ਜਿਹੜਾ ਕੋਈ ਸਮਝਦਾਰ ਕੰਜ਼ਿਊਮਰ ਆ ਉਹ ਸਮਝਦਾ। ਦੇਖੋ ਬਿਲਕੁਲ ਜੇ ਮੈਂ ਮਤਲਬ ਇਹਦੇ 'ਤੇ ਪੈਸਟੀਸਾਈਡ ਯੂਜ਼ ਕਰ ਰਿਹਾ ਹਾਂ ਤਾਂ ਮੈਂ ਕਹੂੰਗਾ ਮੈਂ ਪੈਸਟੀਸਾਈਡ ਯੂਜ਼ ਕਰ ਰਿਹਾ, ਇਟਸ ਅ ਕਨਵੈਨਸ਼ਨਲ ਪ੍ਰੋਡਕਟ। ਮੈਂ ਕਹਿ ਰਿਹਾ ਇਹ ਪੈਸਟੀਸਾਈਡ ਫਰੀ ਆ, ਮੈਂ ਐਕਟਿਵ ਪੈਸਟੀਸਾਈਡ ਯੂਜ਼ਸ ਨਹੀਂ ਕਰ ਰਿਹਾ, ਬਟ ਮੈਂ ਇਹ ਵੀ ਨਹੀਂ ਕਲੇਮ ਕਰ ਰਿਹਾ ਕਿ ਆਰਗੈਨਿਕ ਹੈ, ਕਿਉਂਕਿ ਉਹ ਕਲੇਮ ਮੇਰਾ ਕਦਮ ਦੂਰ ਆ ਫਿਰ ਅਸੀਂ ਆਰਗੈਨਿਕ 3 ਸਾਲ ਦੂਰ ਹਾਂ ਜੀ, ਕਦਮ ਤਾਂ ਨਹੀਂ। ਹਾਂਜੀ, ਮੈਂ ਲਾਈਕ ਮੇਰੀ ਪੰਜਾਬ ਐਗਰੋ ਨਾਲ ਗੱਲ ਹੋਈ ਹੈ ਜੀ, ਮੈਂ ਸਰਟੀਫਿਕੇਸ਼ਨ ਲਈ ਅਪਲਾਈ ਕਰ ਰਿਹਾ ਇਨ ਨੀਅਰ ਫਿਊਚਰ, ਅਤੇ ਜਦੋਂ ਆਰਗੈਨਿਕ ਹੋਊਗੀ ਤਾਂ ਮੈਂ ਆਰਗੈਨਿਕ ਕਹੂੰਗਾ। ਬਟ ਮੈਂ ਜਿਹੜੀ ਚੀਜ਼ ਦੀ ਮਤਲਬ ਮੈਂ ਇਹ ਗੱਲ ਕਹਿੰਦਾ ਨਹੀਂ ਵੀ ਆਰਗੈਨਿਕ ਹੈ, ਬਟ ਮੈਂ ਜਿਹੜੀ ਚੀਜ਼ ਦੀ ਗਰੰਟੀ ਲੈਂਦਾ ਉਹ ਗਰੰਟੀ ਹੈਗੀ ਅਡਲਟ੍ਰੇਸ਼ਨ ਦੀ। ਕੋਈ ਬੰਦਾ ਮੇਰੇ ਪ੍ਰੋਡਕਟ ਨੂੰ ਇੱਥੋਂ ਲਾਈਕ ਕੋਈ ਛਲ ਕਪਟ ਕਰੇ ਤਾਂ ਮੈਂ ਕਹਿ ਨਹੀਂ ਸਕਦਾ, ਬਟ ਮੇਰੇ ਇੱਥੇ ਖੇਤ ਆ ਕੇ ਮੇਰੇ ਪ੍ਰੋਡਕਟ ਦਾ ਕੋਈ ਸੈਂਪਲ ਲੈ ਜੇ, ਕੋਈ ਕਿਤੇ ਮਰਜ਼ੀ ਟੈਸਟ ਕਰਾ ਲੇ, ਜੇ ਕੋਈ ਇਹਦੇ 'ਚ ਮਿਲਾਵਟ ਲਾਈਕ ਕੋਈ ਕਹਿ ਦੇ ਵੀ ਮਿਲਾਵਟ ਆ, ਕੋਈ ਪ੍ਰੂਵ ਕਰ ਦੇ ਵੀ ਮਿਲਾਵਟ ਆ, ਮੈਂ ਖੇਤੀ ਛੱਡਣ ਨੂੰ ਤਿਆਰ ਹਾਂ। ਬਾਈ ਜੀ, ਤਾਂ ਜਿਹੜਾ ਟੈਕਸਚਰ ਹੁੰਦਾ ਹਲਦੀ ਦਾ, ਅਸੀਂ ਆਮ ਤੌਰ 'ਤੇ ਜਿਹੜੀ ਹਲਦੀ ਬਾਜ਼ਾਰ ਤੋਂ ਲੈਂਦੇ ਹਾਂ ਉਹ ਟੈਕਸਚਰ ਬੜਾ ਸੌਫਟ ਜਿਹਾ ਹੁੰਦਾ, ਪਰ ਜਿਹੜੀ ਹਲਦੀ ਅਸੀਂ ਦੇਖੀ ਹੈ, ਹਲਦੀ ਤੁਸੀਂ ਪੈਕਿੰਗ ਕਰ ਰਹੇ ਸੀ, ਉਹ ਟੈਕਸਚਰ ਸੌਫਟ ਨਹੀਂ ਸੀਗਾ, ਅਤੇ ਲੋਕਾਂ ਨੂੰ ਤਾਂ ਇਹ ਲੱਗਦਾ ਕਿ ਜਿਹੜੀ ਸੌਫਟ ਟੈਕਸਚਰ ਦੀ ਹਲਦੀ ਹੈ, ਹਾਲਾਂਕਿ ਸੌਫਟ ਟੈਕਸਚਰ ਤਾਂ ਮੁਲਤਾਨੀ ਮਿੱਟੀ ਦਾ ਹੁੰਦਾ, ਤਾਂ ਲੋਕਾਂ ਦੇ ਮਨ ਦੀ ਜਾਂ ਲੋਕਾਂ ਦੀ ਸਾਈਕੀ ਸੈੱਟ ਹੋਈ ਹੈ ਕਿ ਸੌਫਟ ਟੈਕਸਚਰ ਵਾਲੀ ਹਲਦੀ ਜ਼ਿਆਦਾ ਬੈਨੀਫੀਸ਼ੀਅਲ ਹੈ।
ਜਿਹੜਾ ਜੀ ਉਨਾ ਸੌਫਟ ਟੈਕਸਚਰ ਆ ਉਹ ਜਾਂ ਮਿੱਟੀ ਦਾ ਹੁੰਦਾ ਜਾਂ ਸਟਾਰਚ ਦਾ ਹੁੰਦਾ। ਤੁਸੀਂ ਕੌਰਨ ਫਲੋਰ ਨੂੰ ਲੈ ਕੇ ਤੇ ਉਹਨੂੰ ਦੇਖੋ, ਉਹਦਾ ਟੈਕਸਚਰ ਫੀਲ ਕਰੋ, ਤੇ ਜਿਹੜੀ ਮਿਲਾਵਟ ਵਾਲੀ ਹਲਦੀ ਆ ਉਹਦਾ ਫੀਲ ਕਰ ਲਓ, ਤਾਂ ਤੁਹਾਨੂੰ ਮਹਿਸੂਸ ਹੋ ਜਾਊਗਾ ਵੀ ਉਹ ਕਿੰਨਾ ਫ਼ਰਕ ਆ। ਦੇਖੋ ਜਿਹੜੀ ਨੈਚੁਰਲ ਪ੍ਰੋਡਕਟ ਆ ਉਹਦਾ ਟੈਕਸਚਰ ਉਨਾ ਸੌਫਟ ਕਦੇ ਵੀ ਨਹੀਂ ਹੁੰਦਾ। ਹਾਂ, ਕਿਉਂਕਿ ਦੇਖੋ ਹਰੇਕ ਚੀਜ਼ ਦੀ ਇੱਕ ਪ੍ਰੋਪਰਟੀ ਆ, ਹਰੇਕ ਚੀਜ਼ ਦਾ ਕੈਮੀਕਲ ਸਟਰਕਚਰ ਆ, ਹਰੇਕ ਚੀਜ਼ ਦਾ ਆਪਦਾ ਇੱਕ ਸਿਸਟਮ ਹੈਗਾ ਜਿਹੜਾ ਜਿਵੇਂ ਵੀ ਕੁਦਰਤ ਨੇ ਬਣਾਇਆ ਹੈਗਾ। ਤਾਂ ਜੇ ਆਪਾਂ ਗੱਲ ਕਰੀਏ ਵੀ ਉਨੀ ਜ਼ਿਆਦਾ ਮੁਲਾਇਮਤਾ ਦੀ ਜਾਂ ਉੱਦਾਂ ਦੇ ਕਲਰ ਦੀ, ਦੇਖੋ ਜਿਹੜੀ ਚੀਜ਼ ਅਨਨੈਚੁਰਲ ਆ, ਦੇਖੋ ਜਿਹੜਾ ਜਿਵੇਂ ਲਾਈਕ ਨੈਚੁਰਲ ਹਲਦੀ ਆ ਤਾਂ ਉਹਦੀ ਥੋੜ੍ਹੀ ਔਰੇਂਜਿਸ਼ ਟਿੰਜ ਆ, ਥੋੜ੍ਹਾ ਜਿਹਾ ਲਾਈਕ ਕਲਰ ਡਾਰਕ ਆ, ਬਟ ਲੋਕਾਂ ਨੂੰ ਇੱਦਾਂ ਫੀਡ ਕੀਤਾ ਗਿਆ ਵੀ ਨਹੀਂ ਮਤਲਬ ਲਾਈਟ ਕਲਰ। ਦੇਖੋ ਲੋਕਾਂ ਦੀ ਉਹ ਪਰਸੈਪਸ਼ਨ ਕਿੱਥੋਂ ਬਣੀ ਆ? ਪੈਕੇਜਿੰਗ 'ਤੇ ਫੋਟੋ ਦੇਖ ਕੇ, ਟੀਵੀ 'ਚ ਐਡ ਦੇਖ ਕੇ, ਠੀਕ ਹੈ ਜੀ। ਐਂਡ ਕੈਮਰਾ ਤੁਹਾਨੂੰ ਪਤਾ ਹੀ ਆ, ਮਤਲਬ ਤੁਸੀਂ ਜੋ ਮਰਜ਼ੀ ਕਲਰ ਸੈੱਟ ਕਰੋ, ਜੋ ਮਰਜ਼ੀ ਕਰੋ, ਟੈਕਨੋਲੋਜੀ ਕਿੱਥੇ ਪਹੁੰਚ ਗਈ ਆ। ਉਹ ਦੇਖਦੇ ਉਹ ਜਦੋਂ ਤੁਹਾਨੂੰ ਫੀਡ ਕੀਤਾ ਗਿਆ ਤਾਂ ਸਾਈਕੋਲੋਜੀ ਬਣ ਗਈ ਕਿ ਇੱਦਾਂ ਦਾ ਕਲਰ ਹੁੰਦਾ, ਤੁਸੀਂ ਇੱਕ ਸਟੈਂਡਰਡ ਸੈੱਟ ਕਰ ਲਿਆ। ਬਟ ਜੇ ਇੱਕ ਸਟੀਰੀਓਟਾਈਪ ਬਣ ਗਈ ਹੈ ਕਿਸੇ ਪ੍ਰੋਡਕਟ ਨੂੰ ਲੈ ਕੇ ਜਾਂ ਦਾਲਾਂ ਨੂੰ ਲੈ ਕੇ, ਜਿਵੇਂ ਬਣੀ ਹੋਈ ਆ ਕਲਰ ਦੀ ਜਾਂ ਹੋਰ ਹੈਗੀ ਆ, ਤਾਂ ਤੁਸੀਂ ਉਹਨੂੰ ਤੋੜ ਵੀ ਤਾਂ ਸਕਦੇ ਹੋ। ਮਤਲਬ ਲਾਈਕ ਜਿਵੇਂ ਅਸੀਂ ਕਸਟਮਰਸ ਨੂੰ ਮਤਲਬ ਸਮਝਾ ਰਹੇ ਹਾਂ ਵੀ ਨਹੀਂ, ਤੁਸੀਂ ਇਹਦੇ 'ਚ ਕਾਮਯਾਬ ਹੋ ਰਹੇ ਹੋ ਸਟੀਰੀਓਟਾਈਪ? ਬਿਲਕੁਲ ਜੀ। ਇੱਕ ਵਾਰ ਜਿਹੜਾ ਕੋਈ ਬੰਦਾ ਲਾਈਕ ਪ੍ਰੋਡਕਟ ਸਾਡੇ ਤੋਂ ਲੈ ਜਾਂਦਾ ਜੀ, ਉਹ ਪਹਿਲਾਂ ਆਪ ਲੈ ਕੇ ਜਾਂਦਾ ਜੀ, ਉਸ ਤੋਂ ਬਾਅਦ ਫਿਰ ਉਹ ਆਪਦੀਆਂ ਰਿਸ਼ਤੇਦਾਰੀਆਂ 'ਚ ਦਿੰਦਾ, ਫਿਰ ਉਹਨਾਂ ਦੀਆਂ ਰਿਸ਼ਤੇਦਾਰੀਆਂ ਅੱਗੇ ਆਪਦੀਆਂ ਰਿਸ਼ਤੇਦਾਰੀਆਂ ਦਿੰਦੇ ਨੇ। ਮੈਨੂੰ ਮਤਲਬ ਓਵਰਵੈਲਮਿੰਗ ਰਿਸਪੌਂਸ ਰਿਹਾ ਜੀ। ਮੈਂ ਲਾਈਕ ਤਿਆਰ ਹੋਇਆ ਬੈਠਾ ਸੀਗਾ ਵੀ ਮੈਂ ਜੇ ਮੈਨੂੰ ਲੋੜ ਪਈ ਤਾਂ ਮੈਂ ਘਰ ਜਾ ਕੇ ਵੇਚੂੰਗਾ, ਮੈਂ ਪਿੰਡਾਂ 'ਚ ਗੱਡੀ ਲੈ ਕੇ ਫਿਰ ਕੇ ਵੀ ਵੇਚੂੰਗਾ ਜੇ ਮੈਨੂੰ ਲੋੜ ਪਊਗੀ ਤਾਂ। ਬਟ ਆਈ ਵਾਜ਼ ਡਿਟਰਮਿੰਡ ਕਿ ਆਈ ਵਿਲ ਸੈਲ ਇਟ। ਪਰ ਮੈਨੂੰ ਲੋੜ ਹੀ ਨਹੀਂ ਪਈ ਜੀ ਇੰਨਾ ਮੁਨਾਫੇ 'ਚੋਂ। ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਨ੍ਹਾਂ ਨੇ ਸ਼ਾਇਦ ਤੁਹਾਨੂੰ ਸੁਣ ਕੇ ਵਿਚਾਰ ਕਰਨਾ ਕਿ ਅਸੀਂ ਵੀ ਹੁਣ ਹਲਦੀ ਦੀ ਖੇਤੀ ਕਰ ਲੈਂਦੇ ਹਾਂ, ਉਹਨਾਂ ਲਈ ਇਹ ਜਾਣ ਲੈਣਾ ਬੜਾ ਜ਼ਰੂਰੀ ਹੈ ਕਿ ਇਹ ਮੁਨਾਫੇ ਦਾ ਧੰਦਾ ਹੈ ਕਿ ਨਹੀਂ। ਬਿਲਕੁਲ ਮੁਨਾਫੇ ਦਾ ਧੰਦਾ ਜੀ, ਬਿਲਕੁਲ। ਦੇਖੋ ਹਰ ਇੱਕ ਚੀਜ਼ ਜੇ ਮੈਂ ਮੁਨਾਫੇ ਦੀ ਗੱਲ ਕਰਾਂ ਤਾਂ ਤੁਹਾਡੀ ਮਿਹਨਤ ਦੇ ਪ੍ਰਪੋਰਸ਼ਨਲ ਤੁਹਾਡਾ ਮੁਨਾਫਾ ਗਾ ਹਰ ਕੰਮ ਦੇ ਵਿੱਚ। ਜੇ ਤੁਸੀਂ ਆਪ ਖੁਦ ਰਿਟੇਲ ਕਰ ਸਕਦੇ ਹੋ, ਮਾਰਕੀਟਿੰਗ ਕਰਨ ਲਈ ਡਿਟਰਮੈਂਡ ਹੋ, ਅਤੇ ਉਹ ਜਿਹੜੀ ਮਤਲਬ ਕਨਵੈਨਸ਼ਨਲ ਸਾਡੀ ਸੰਗ ਸ਼ਰਮ ਆ ਗਈ ਵੀ ਮੈਂ ਜਾ ਕੇ ਨਹੀਂ ਵੇਚਣਾ, ਮੈਂ ਰੇਹੜੀ 'ਤੇ ਨਹੀਂ ਖੜਨਾ, ਮੈਂ ਕੁਛ ਨਹੀਂ ਕਰਨਾ, ਜੇ ਅਸੀਂ ਉਹਨੂੰ ਛੱਡ ਦਈਏ ਤਾਂ ਅਸੀਂ ਕੁਛ ਵੀ ਕੀਤਾ ਜਾ ਸਕਦਾ। ਤਾਂ ਤੁਸੀਂ ਬਿਲਕੁਲ ਪਿੰਡ ਵਾਲੇ ਕਹਿੰਦੇ ਕਿ ਇਸ ਤਾਂ ਦੁਕਾਨਾਂ ਤੋਂ ਜਾਂ ਜਿਹੜੇ ਵੇਚਦੇ ਨੇ ਦੁਕਾਨਾਂ 'ਤੇ ਹਲਦੀਆਂ ਵੇਚਦੇ ਨੇ ਜਾਂ ਜਿਨ੍ਹਾਂ ਦਾ ਕੰਮ ਹੀ ਹਲਦੀ ਦਾ, ਵੈਸੇ ਉਹਨਾਂ ਤੋਂ ਹਲਦੀ ਲੈਣੀ ਬੰਦ ਕੀਤੀ ਹੋਈ ਹੈ ਅਸੀਂ ਰਿੰਦਰ ਤੋਂ। ਹਾਂਜੀ ਬਿਲਕੁਲ। ਮੇਰਾ ਜੀ ਤਕਰੀਬਨ ਸਾਰਾ ਪਿੰਡ ਅਤੇ ਕੋਲ ਦੇ 2-3 ਪਿੰਡਾਂ ਦੇ ਤਕਰੀਬਨ ਅੱਧੇ ਲੋਕ, ਕਿਉਂਕਿ ਅਸੀਂ ਕੀ ਕਰ ਰਹੇ ਹਾਂ ਜੀ, ਅਸੀਂ ਲਾਈਕ ਮਹੀਨੇ 'ਚ ਇੱਕ ਦਿਨ ਰੱਖਿਆ ਹੋਇਆ, ਹਰ ਇੱਕ ਪਿੰਡ ਦਾ ਇੱਕ ਚੱਕਰ ਅਸੀਂ ਲਗਾਉਂਦੇ ਹਾਂ, ਅਤੇ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਮੈਂ ਅਨਾਊਂਸਮੈਂਟ ਕਰਕੇ ਅਤੇ ਉੱਥੇ ਗੱਡੀ ਲਾ ਕੇ ਅਸੀਂ ਉੱਦਣ ਸੇਲ ਕਰੇ ਹੁੰਦੇ ਹਾਂ। ਉੱਦਣ ਲੋਕ 4-4 5-5 ਕਿਲੋ ਆਪਦੀ ਇਕੱਠੀ ਲੈ ਜਾਂਦੇ ਆ, ਰਿਸ਼ਤੇਦਾਰੀਆਂ 'ਚ ਭੇਜ ਦਿੰਦੇ ਆ, ਸਟਾਕ ਕਰ ਲੈਂਦੇ। ਵੈਸੇ ਵੀ ਲਾਈਕ ਇੰਨੀ ਵੀ ਲਾਗਤ ਨਹੀਂ ਹੈਗੀ ਵੀ ਮਤਲਬ ਲਾਈਕ ਕਿਲੋ ਕੋਈ ਲੈ ਗਈ ਐਵਰੇਜ ਫੈਮਿਲੀ, ਤਾਂ ਉਹਦਾ ਲਾਈਕ ਫਾਰਮਿੰਗ ਫੈਮਲੀਜ਼ ਦੇ ਵਿੱਚ ਵੀ ਜਿੱਥੇ ਕਿ ਖਪਤ ਜ਼ਿਆਦਾ ਗਈ ਤਾਂ ਮਹੀਨਾ 1.5 ਮਹੀਨਾ ਤਾਂ ਆਰਾਮ ਨਾਲ ਨਿਕਲ ਜਾਂਦਾ। ਹਲਦੀ ਦੀ ਡਿਮਾਂਡ ਵੈਸੇ ਹੀ ਵੱਧ ਗਈ ਹੈ। ਜਦੋਂ ਲੋਕਡਾਊਨ ਸ਼ੁਰੂ ਹੋਇਆ ਤਾਂ ਆਯੂਸ਼ ਮੰਤਰਾਲੇ ਕਹਿੰਦਾ ਵਾਇਰਸ ਤੋਂ ਬਚਣ ਦੇ ਲਈ ਹਲਦੀ ਵਾਲਾ ਦੁੱਧ ਪੀਓ, ਤਾਂ ਡਿਮਾਂਡ ਵਧੀ ਹੋਣੀ। ਹਾਂਜੀ ਬਿਲਕੁਲ, ਬਹੁਤ ਲਾਈਕ ਜਿਵੇਂ ਲੋਕ ਆਉਂਦੇ ਆ ਜੀ ਦੂਰੋਂ ਮਤਲਬ ਲੋਕ ਮੈਨੂੰ ਪੁੱਛਦੇ ਆ ਜੀ ਪੱਕਾ ਜੀ ਮਿਲਾਵਟ ਤਾਂ ਨਹੀਂ ਹੈ, ਅਸੀਂ ਲੈ ਜਾਈਏ? ਮੈਂ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਲੈ ਜਾਓ, ਤੁਸੀਂ ਟੈਸਟ ਕਰਾ ਲਓ, ਤੁਸੀਂ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਲਾਈਕ ਫਾਰਮ ਦਿਖਾਉਂਦਾ, ਮੈਂ ਤੁਹਾਡੇ ਸਾਹਮਣੇ ਤੁਹਾਨੂੰ ਜੋ ਕਹੋਗੇ ਲਾਈਕ ਜਿਹੜੀਆਂ ਗੱਠੀਆਂ ਹੁੰਦੀਆਂ ਨੇ ਤੁਹਾਡੇ ਸਾਹਮਣੇ ਤੁਹਾਨੂੰ ਪੀਸ ਕੇ ਦਿੰਦਾ, ਤੁਸੀਂ ਜਿਵੇਂ ਮਰਜ਼ੀ ਜਿਵੇਂ ਵੀ ਤੁਹਾਨੂੰ ਭਰੋਸਾ ਬਣਦਾ ਤੁਸੀਂ ਆਓ। ਅਤੇ ਮੈਂ ਇਹ ਵੀ ਅਗਲੇ ਨੂੰ ਜ਼ਿੰਮੇਵਾਰੀ ਲੈਂਦਾ ਵੀ ਦੇਖੋ ਮਿਲਾਵਟ ਨਹੀਂ ਹੋਊਗੀ, ਮਿਲਾਵਟ ਬਿਲਕੁਲ ਨਹੀਂ ਹੋਊਗੀ, ਕਿਸੇ ਵੀ ਕਿਸਮ ਦੀ ਕੋਈ ਵੀ ਮਿਲਾਵਟ ਤੁਸੀਂ ਸਿੱਧ ਨਹੀਂ ਕਰ ਸਕਦੇ। ਕਿਉਂਕਿ ਦੇਖੋ ਜੀ ਅਸੀਂ ਮਤਲਬ ਦੇਖੋ ਮੈਂ ਇੱਕ ਫਾਰਮਰ ਹਾਂ, ਜਿਹੜਾ ਫਾਰਮਰ ਪ੍ਰੋਡਕਟ ਹੁੰਦਾ ਉਹ ਤੁਸੀਂ ਨੋਰਮਲੀ ਦੇਖ ਲਿਓ, ਉਹਦੇ 'ਚ ਕਦੇ ਤੁਹਾਨੂੰ ਮਿਲਾਵਟ ਨਹੀਂ ਮਿਲੂਗੀ। ਕਿਉਂਕਿ ਦੇਖੋ ਜਿਹੜਾ ਸਾਡਾ ਮੁਨਾਫਾ ਗਾ ਜਾਂ ਜਿਹੜਾ ਸਾਡਾ ਮਾਰਜਨ ਆ ਉਹ ਇਸ ਗੱਲ 'ਤੇ ਖੜ੍ਹਾ ਗਾ ਵੀ ਅਸੀਂ ਪ੍ਰੋਡਕਸ਼ਨ ਕਰ ਰਹੇ ਹਾਂ ਉਹਦੀ, ਇਸ ਗੱਲ 'ਤੇ ਨਹੀਂ ਖੜ੍ਹਾ ਵੀ ਅਸੀਂ ਉਹਦੇ 'ਚ ਮਿਲਾਵਟ ਕਰਕੇ। ਦੇਖੋ ਜਿਹਨੇ ਕਿਸੇ ਨੇ ਕਿਸੇ ਤੋਂ ਲੈ ਕੇ ਚੀਜ਼ ਸੇਲ ਕਰਨੀ ਆ, ਕੁਛ ਵੀ ਕਰਨਾ, ਤਾਂ ਉਹਦਾ ਮਾਰਜਨ ਤਾਂ ਉਹਦੇ ਵਿਚਾਲੇ ਵਾਲੀ ਸੇਲ ਦਾ ਹੀ ਮਾਰਜਨ ਆ ਜਿਹੜਾ ਉਹਨੇ ਉਹ ਕਰਨਾ। ਦੇਖੋ ਮੇਰੀ ਆਪਦੀ ਪ੍ਰੋਡਕਸ਼ਨ ਆ, ਮੈਂ ਖੁਦ ਮਤਲਬ ਹਲਦੀ ਪੈਦਾ ਕਰਦਾ, ਖੁਦ ਉਹਦੀ ਸਾਰੀ ਦੇਖੋ ਮੈਨੂੰ ਜੋ ਬਚਦਾ ਉਹ ਮੇਰੀ ਮਿਹਨਤ ਬਚਦੀ ਆ, ਤਾਂ ਮੈਨੂੰ ਨਹੀਂ ਲੱਗਦਾ। ਮਤਲਬ ਸੈਟਿਸਫਾਈਡ ਹੋ? ਜਦੋਂ ਸ਼ੁਰੂ ਕੀਤਾ ਸੀ ਉਦੋਂ ਕਿੰਨਾ ਕੁ ਖਰਚਾ ਆ ਗਿਆ ਸੀ? ਜਦੋਂ ਮੈਂ ਸ਼ੁਰੂ ਕੀਤਾ ਗਾ ਜੀ ਤਾਂ ਮੇਰਾ ਤਕਰੀਬਨ 10 ਕੁ ਲੱਖ ਰੁਪਇਆ ਖਰਚਾ ਆਇਆ ਮਸ਼ੀਨਰੀ 'ਤੇ ਇਨਫਰਾਸਟਰਕਚਰ ਖੜ੍ਹਾ ਕਰਨ 'ਤੇ। ਅਤੇ ਉਸ ਤੋਂ ਬਾਅਦ ਲਾਈਕ ਜਿਵੇਂ ਬੀਜ ਦਾ ਖਰਚਾ ਤਾਂ ਤਕਰੀਬਨ 1 ਏਕੜ 'ਤੇ ਤੁਹਾਨੂੰ ਸਵਾ ਲੱਖ ਰੁਪਏ ਦਾ ਲੇਬਰ ਐਂਡ ਐਵਰੀਥਿੰਗ ਇੱਦਾਂ ਦਾ ਖਰਚਾ ਮਤਲਬ ਤੁਹਾਨੂੰ ਪੈ ਜਾਂਦਾ। ਅਤੇ ਜੇ ਤੁਸੀਂ ਬਾਕੀ ਦੇ ਸਾਰੇ ਖਰਚੇ ਪਾ ਕੇ ਤਾਂ ਲਾਈਕ 50% ਤੁਸੀਂ ਖਰਚੇ ਵੀ ਕੱਢ ਦਿਓ ਤਾਂ ਵੀ ਤੁਸੀਂ ਤਕਰੀਬਨ ਸਵਾ ਲੱਖ ਰੁਪਇਆ 1.5 ਲੱਖ ਰੁਪਇਆ ਤੁਸੀਂ ਬਚਾ ਸਕਦੇ ਹੋ, ਜਿਹੜਾ ਕਿ ਦੂਜੀਆਂ ਫਸਲਾਂ 'ਚੋਂ 70-80 ਹਜ਼ਾਰ ਮੈਕਸੀਮਮ ਤੁਸੀਂ ਲੈ ਸਕਦੇ ਹੋ। ਹਾਂਜੀ ਬਿਲਕੁਲ, ਤੁਸੀਂ ਡਬਲ ਮੁਨਾਫਾ ਲੈ ਸਕਦੇ ਹੋ। ਬਟ ਇਹੀ ਆ ਵੀ ਲਾਈਕ ਹਲਦੀ ਤੁਸੀਂ ਇੱਦਾਂ ਨਹੀਂ ਹੈਗਾ ਵੀ ਟਰਾਲੀ ਭਰੀ ਮੰਡੀ 'ਚ ਲਾਹੀ ਅਤੇ ਪੈਸੇ ਆ ਗਏ, ਤੁਹਾਨੂੰ ਉਹਦੇ ਲਈ ਕੰਮ ਕਰਨਾ ਪੈਂਦਾ, ਉਹਦੀ ਸੇਲ ਕਰਨ ਲਈ, ਹੋਰ ਕਰਨ ਲਈ। ਅਤੇ ਅਗਰ ਤੁਸੀਂ ਉਹਦੇ ਲਈ ਡਿਟਰਮਿੰਡ ਹੋ ਤਾਂ ਤੁਸੀਂ ਇਹ ਮੁਨਾਫਾ ਬਿਲਕੁਲ ਲੈ ਸਕਦੇ ਹੋ। ਹੋਰ ਫਸਲਾਂ ਵੀ ਲਾਈਕ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਵੀ ਮਾਰਕੀਟਿੰਗ 'ਤੇ ਗੱਲ ਖੜੀ ਆ। ਜੇ ਅਸੀਂ ਨਵੇਂ ਐਵੇਨਿਊਜ਼ ਨੂੰ ਤਲਾਸ਼ੀਏ
ਨਵੀਂ ਜਗ੍ਹਾ 'ਤੇ ਨਵੀਆਂ ਫਸਲਾਂ ਲਾਈਏ ਅਤੇ ਉਹਨਾਂ ਨੂੰ ਮਾਰਕੀਟ ਕਰਨ ਦਾ ਜ਼ਿੰਮੇਵਾਰੀ ਆਪ ਚੱਕੀਏ, ਜਾਂ ਜਿਹੜੇ ਸਾਡੇ ਫਾਰਮਰਸ ਆ ਉਹ FPOs ਬਣਾਉਣ, ਆਰਗੇਨਾਈਜੇਸ਼ਨਸ ਬਣਾ ਕੇ ਖੁਦ ਮਾਰਕੀਟਿੰਗ ਕਰਨ, ਤਾਂ ਇਹ ਕਾਇਆ ਜਿਹੜੀ ਇਸ ਮਤਲਬ ਪੰਜਾਬ ਦੇਸ਼ ਦੀ ਆ ਉਹ ਕਲਪ ਹੋ ਸਕਦੀ ਹੈ। ਤਸਵੀਰ ਮੇਰੇ ਕੈਮਰਾਮੈਨ ਰਾਜਵਿੰਦਰ ਟੋਨੀ ਤੁਹਾਨੂੰ ਇਸ ਖੇਤ ਦੀ ਦਿਖਾ ਦੇਣਗੇ। ਸਾਡੀਆਂ ਦਾਦੀਆਂ, ਸਾਡੀਆਂ ਨਾਨੀਆਂ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਹਲਦੀ ਦੇ ਵਿੱਚ ਐਂਟੀ ਬੈਕਟੀਰੀਅਲ ਤੇ ਐਂਟੀ ਵਾਇਰਲ ਜਿਹੜੇ ਤੱਤ ਹੁੰਦੇ ਨੇ। ਹਰ ਬਿਮਾਰੀ ਦਾ ਹੱਲ, ਸਿਰ ਤੋਂ ਲੈ ਕੇ ਪੈਰ ਤੱਕ ਕਿਤੇ ਵੀ ਤਕਲੀਫ ਹੈ, ਕਿਤੇ ਵੀ ਪੀੜ ਹੈ, ਤਾਂ ਉਸ ਪੀੜ ਦਾ ਹੱਲ ਇਸ ਹਲਦੀ ਦੇ ਵਿੱਚ ਹੈ। ਅਤੇ ਇਹ ਅਤਿੰਦਰਪਾਲ ਜੀ ਦੀ ਮਿਹਨਤ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਹਲਦੀ ਦੇ ਇਸ ਖੇਤ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ। ਅਤੇ ਵੱਡੀ ਗੱਲ ਇਹ ਹੈ ਕਿ ਸਪਸ਼ਟ ਗੱਲ ਕੀਤੀ ਇਹਨਾਂ ਨੇ, ਜੇ ਪੈਸਟੀਸਾਈਡ ਦੀ ਵਰਤੋਂ ਨਹੀਂ ਹੋ ਰਹੀ ਅਤੇ ਹਲਦੀ ਜਿਹੜੀ ਹੈ ਜਿਸ ਦੀ ਕੀਮਤ ਇਹਨਾਂ ਨੇ 200 ਰੁਪਏ ਫਿਕਸ ਕੀਤੀ ਹੈ, ਤਾਂ ਬਹੁਤ ਸਪਸ਼ਟ ਤਰੀਕੇ ਦੇ ਨਾਲ ਆਪਣੀ ਇਸ ਮਿਹਨਤ ਬਾਰੇ, ਆਪਣੇ ਸਫ਼ਰ ਬਾਰੇ ਇਹਨਾਂ ਨੇ ਚਾਨਣ ਪਾਇਆ ਅਤੇ ਇਹਨਾਂ ਦੇ ਮਿਹਨਤ ਦੀ, ਇਹਨਾਂ ਦੇ ਖੇਤਾਂ ਦੀ ਅਸੀਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਅਤਿੰਦਰਪਾਲ ਜੀ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਨੌਜਵਾਨ ਪੀੜ੍ਹੀ ਜਿਹੜੀ ਖੇਤੀ ਵੱਲ ਆਉਣਾ ਚਾਹੁੰਦੀ ਹੈ, ਜਿਹੜੀ ਮੁਨਾਫੇ ਦੇ ਧੰਦੇ ਦੇ ਵਿੱਚ ਵਿਸ਼ਵਾਸ ਰੱਖਦੀ ਹੈ, ਉਹਨਾਂ ਦੇ ਲਈ ਇੱਕ ਉਦਾਹਰਣ ਬਣ ਕੇ ਸਾਹਮਣੇ ਆਓਗੇ। ਦੇਖੋ ਜੀ, ਉਦਾਹਰਨ ਬਣਨ ਵਾਲੇ ਮੈਂ ਕਹੂੰਗਾ ਹਜੇ ਦਿਨ ਦੂਰ ਨੇਗੇ, ਬਟ ਮੈਂ ਜਾਣੀ ਆਪਦੇ ਕਿਸਾਨ ਭਰਾਵਾਂ ਨੂੰ, ਜਿਹੜੇ ਵੀ ਮੁੰਡੇ ਨੌਜਵਾਨ ਅੱਜ ਬਾਹਰ ਜਾ ਰਹੇ ਆ, ਜਿਹੜੇ ਕਿ ਫਾਰਮਿੰਗ, ਜਿਨ੍ਹਾਂ ਦਾ ਪਿਤਾ ਪੁਰਖ ਕੀਤਾ ਗਾ, ਜਿਨ੍ਹਾਂ ਕੋਲ ਚੰਗੀਆਂ ਜ਼ਮੀਨਾਂ ਵੀ ਨੇ, ਸਭ ਕੁਛ ਆ, ਮਤਲਬ ਮੈਂ ਉਹਨਾਂ ਨੂੰ ਇੱਕ ਅਪੀਲ ਕਰੂੰਗਾ ਵੀ ਆਪਾਂ ਮੈਦਾਨ ਛੱਡ ਕੇ ਨਹੀਂ ਭੱਜਣਾ। ਆਪਾਂ ਮੈਦਾਨ ਛੱਡਣ ਵਾਲੀ ਕੌਮ ਹੈ ਹੀ ਨਹੀਂ ਸੀ ਕਦੇ, ਅਤੇ ਕੋਈ ਗੱਲ ਨਹੀਂ, ਆਉਣ ਦਿਓ ਕਾਰਪੋਰੇਟਾਂ ਨੂੰ। ਅਤੇ ਜੇ ਅਸੀਂ ਇਹਨਾਂ ਦਾ ਮੁਕਾਬਲਾ ਕਰਨਾ ਤਾਂ ਸਾਨੂੰ ਵੀ ਨੀਤੀ ਨੂੰ ਵਿਚਾਰਨਾ ਪਊਗਾ ਅਤੇ ਨੀਤੀ ਨਾਲ ਇਹਨਾਂ ਦਾ ਮੁਕਾਬਲਾ ਕਰਨਾ ਪਊਗਾ। ਜੇ ਅਸੀਂ ਆਪਦੀ ਪ੍ਰੋਡਕਸ਼ਨ ਆਪ ਕਰਾਂਗੇ, ਆਪਦੀ ਅਸੀਂ ਮਾਰਕੀਟਿੰਗ ਆਪ ਕਰਾਂਗੇ, ਅਸੀਂ ਇਕੱਠੇ ਹੋ ਕੇ ਰਵਾਂਗੇ, ਏਕਤਾ ਰੱਖਾਂਗੇ, ਤਾਂ ਕਾਰਪੋਰੇਟ ਕੀ ਚਾਹੇ ਟਰੰਪ ਹੁਣੀ ਆ ਜਾਣ, ਉਹ ਵੀ ਸਾਡਾ ਕੁਛ ਨਹੀਂ ਵਿਗਾੜ ਸਕਦੇ। ਅਤੇ ਇਸ ਕਰਕੇ ਜਾਣੀ ਮੈਂ ਆਪਦੇ ਸਾਰੇ ਜਿੰਨੇ ਵੀ ਮੇਰੇ ਨੌਜਵਾਨ ਵੀਰ ਕਿਸਾਨ ਨੇ, ਜਾਂ ਜਿਹੜੇ ਵੀ ਸਾਡੇ ਬੰਦੇ ਕਿਸਾਨੀ ਕਰਦੇ ਆ, ਜਿਹੜੇ ਮੇਰੇ ਤੋਂ ਵੱਡੇ ਵੀ ਆ, ਮੈਂ ਉਹਨਾਂ ਨੂੰ ਇਹ ਅਪੀਲ ਕਰੂੰਗਾ ਕਿ ਤੁਸੀਂ ਇਕੱਠੇ ਹੋਵੋ, ਏਕਤਾ ਰੱਖੋ। ਪਹਿਲਾ ਕੰਮ ਤਾਂ ਆਪਾਂ ਇਹਨਾਂ ਦੇ ਪਹਿਲਾਂ ਤਾਂ ਗੋਡੇ ਟਿਕਾਉਣੇ ਆ, ਉਸ ਤੋਂ ਬਾਅਦ ਅਗਲਾ ਕੰਮ ਆਪਾਂ ਆਪਦੇ ਸਿਸਟਮ ਨੂੰ ਬਦਲਣਾ ਗਾ। ਆਪਾਂ ਜਿਹੜੀ ਖੇਤੀ ਆ ਉਹਨੂੰ ਜ਼ਿੰਮੇਵਾਰ ਢੰਗ ਨਾਲ ਆਪਾਂ ਕਰਨਾ ਸ਼ੁਰੂ ਕਰੀਏ, ਕਿਉਂਕਿ ਅੱਜ ਹੀ ਤੁਸੀਂ ਜੇ ਕਹੋ ਸਾਰਾ ਪੰਜਾਬ ਆਰਗੈਨਿਕ ਖੇਤੀ ਕਰਨ ਲੱਗ ਜੂਗਾ ਤਾਂ ਉਹ ਸੰਭਾਵਨਾ ਬਹੁਤ ਘੱਟ ਆ, ਤਾਂ ਤੁਹਾਨੂੰ ਪੌੜੀ ਦਰ ਪੌੜੀ ਚੜ੍ਹਨਾ ਪਊਗਾ। ਇਸੇ ਕਰਕੇ ਮੈਂ ਮਤਲਬ ਇਸ ਗੱਲ ਦਾ ਮਦਈ ਹਾਂ ਕਿ ਸਾਨੂੰ ਰਿਸਪੋਂਸੀਬਲ ਫਾਰਮਿੰਗ ਕਰਨੀ ਚਾਹੀਦੀ ਆ। ਜੇ ਅਸੀਂ ਰਿਸਪੋਂਸੀਬਲ ਫਾਰਮਿੰਗ ਕਰਾਂਗੇ ਤਾਂ ਸਾਡੀ ਜਿਹੜੀ ਸਾਨੂੰ ਦਿੱਕਤ ਆ ਰਹੀ ਆ ਪੈਸਟੀਸਾਈਡ ਰੈਜ਼ੀਡਿਊ ਦੀ, ਸਾਡੀ ਫੂਡ ਚੇਨ ਦਾ ਪੈਸਟੀਸਾਈਡ ਹਿੱਸਾ ਬਣਦਾ ਜਾ ਰਿਹਾ, ਅਸੀਂ ਉਹ ਤੋਂ ਕਿਸੇ ਨਾ ਕਿਸੇ ਹੱਦ ਤੱਕ ਅਸੀਂ ਬਚ ਸਕਦੇ ਹਾਂ, ਅਤੇ ਉਹਦੇ ਨਾਲ ਅਸੀਂ ਆਪਦੀ ਜਿਹੜੀ ਫੂਡ ਸਿਕਿਉਰਿਟੀ ਆ ਉਹਨੂੰ ਵੀ ਮੇਨਟੇਨ ਰੱਖ ਸਕਦੇ ਹਾਂ। ਅਤੇ ਇਸ ਕਰਕੇ ਖੇਤੀ 'ਚ ਆਓ, ਖੇਤੀ ਕਰੋ, ਇਹ ਬੀੜਾ ਚੱਕੋ। ਅਤੇ ਨਹੀਂ ਤਾਂ ਫਿਰ ਆਪਣੇ ਜਿਹੜੇ ਚਲੋ ਹੋ ਸਕਦਾ ਕੋਈ ਬਾਹਰ ਚਲੇ ਜਾਵੇ, ਕੋਈ ਇੱਥੋਂ ਛੱਡ ਕੇ ਚਲਾ ਜਾਵੇ, ਜਿਹੜੇ ਸਾਡੇ ਬਾਕੀ ਜਿਹੜੇ ਵੀਰ ਨੇ ਸਾਡੇ ਜਾਂ ਭਰਾ ਨੇ ਜਿਹੜੇ ਰਹਿ ਜਾਣਗੇ, ਉਹਨਾਂ ਨੂੰ ਡੱਬਾ ਚੱਕ ਕੇ ਨੌਕਰੀ ਕਰਨ ਵਾਂਗੂ ਜਾਣਾ ਪਿਆ ਕਰੂਗਾ, ਆਪਦੇ ਖੇਤਾਂ 'ਚ ਹੀ ਉਹਨਾਂ ਨੂੰ ਮਜ਼ਦੂਰ ਬਣ ਕੇ ਜਾਣਾ ਪਿਆ ਕਰੂਗਾ। ਇਸ ਕਰਕੇ ਇਹ ਸਾਰੇ ਕੁਛ ਨੂੰ ਦੇਖਦੇ ਹੋਏ ਸਾਨੂੰ ਇਕੱਠੇ ਹੋਣਾ ਚਾਹੀਦਾ, ਜਥੇਬੰਦਕ ਹੋਣਾ ਚਾਹੀਦਾ, ਅਤੇ ਸਰਕਾਰਾਂ ਦੇ ਗੋਡੇ ਲਵਾਉਣੇ ਚਾਹੀਦੇ। ਬਿਲਕੁਲ, ਬੜੀ ਖੂਬਸੂਰਤ ਗੱਲ ਕਹੀ ਹੈ ਕਿ ਇਹ ਕੌਮ ਜਿਹੜੀ ਹੈ ਇਹ ਮੈਦਾਨ ਛੱਡ ਕੇ ਭੱਜਣ ਵਾਲੀ ਕੌਮ ਨਹੀਂ ਹੈ। ਏਕੇ ਦੀਆਂ ਜਾਂ ਹੋਰ ਮਿਸਾਲ ਜਿਹੜੀ ਪੰਜਾਬੀਆਂ ਨੇ ਕਾਇਮ ਕੀਤੀ ਹੈ, ਏਕੇ ਦੀ ਮਿਸਾਲ ਹੋਵੇ ਆਪਣੀ ਆਵਾਜ਼ ਬੁਲੰਦ ਕਰਨ ਦੀ, ਸੰਘਰਸ਼ ਕਰਨ ਤੋਂ ਇਹ ਕੌਮ ਕਦੇ ਪਿੱਛੇ ਨਹੀਂ ਹਟੀ। ਆਪਣਾ ਸੰਘਰਸ਼ ਜੇ ਕਦੇ ਪੰਜਾਬੀਆਂ ਦਾ ਫੇਲ ਵੀ ਹੋਇਆ ਤਾਂ ਉਹ ਸਾਡੇ ਲੀਡਰਾਂ ਕਰਕੇ, ਸਾਡੇ ਪੰਜਾਬੀਆਂ ਕਰਕੇ ਨਹੀਂ। ਪੰਜਾਬ ਦੇ ਏਕੇ ਦੀਆਂ ਤਾਂ ਅਸੀਂ ਬਹੁਤ ਤਸਵੀਰਾਂ ਦੇਖ ਲਈਆਂ ਨੇ, ਅਤੇ ਇੱਕ ਹੋਰ ਮਿਸਾਲ ਅਸੀਂ ਤੁਹਾਡੇ ਸਾਹਮਣੇ ਅੱਜ ਰੱਖੀ ਹੈ ਅਤਿੰਦਰਪਾਲ ਸਿੰਘ ਅਤੇ ਇਹਨਾਂ ਦੇ ਖੇਤ ਦੀ ਤਸਵੀਰ। ਇੱਕ ਵਾਰ ਜਾਣ ਤੋਂ ਪਹਿਲਾਂ, ਕਿਉਂਕਿ ਬੜੀ ਖੁਸ਼ੀ ਹੋ ਰਹੀ ਹੈ ਇਸ ਖੇਤ ਨੂੰ ਦੇਖ ਕੇ, ਜਾਣ ਤੋਂ ਪਹਿਲਾਂ ਇੱਕ ਵਾਰ ਇੱਕ ਤਸਵੀਰ ਫਿਰ ਤੋਂ ਦਿਖਾ ਦਾਂਗੇ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਪਿੰਡ ਕੱਟੂ, ਬਰਨਾਲਾ।